ਨਾਨਕ ਪਾਦ ਪੰਕਜ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਜੀ ਪੁੰਨ ਪੁੰਨ ਬੰਦਾ ਬਾਰੰਬਾਰ ਜਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਭ ਸ਼ਰੋਤਾ ਬਚ ਕਹਿਤ ਪੇ ਹਾਥ ਜੋੜੋ ਏ ਦੀਨ ਹਰ ਗੋਬਿੰਦ ਕੇ ਜਨਮ ਕੀ ਕਹੋ ਕਥਾ ਪਰ ਬੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਨਾਲ ਨਿਵਾਜੀ ਧਰਤੀ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਜੀ ਕੇ ਪਾਵਨ ਪਵਿੱਤਰ ਮੁਕੱਦਸ ਸਥਾਨਾਂ ਤੇ प्रेम सहित नेम सहित सतगुरु महाराज जियों के लड़ीवार इतिहास श्रवण करन हित जिस प्रकार भवरे पुष्प दे ऊपर आन करके गुंजारा पा के प्रेम सहित बैठ जाते हैं तिसी मनिंद सतगुरु महाराज जी की पावन पवित्र मुबारक हजूरी अंदर आप संगतां उपस्थित होए हो। सतगुरु महाराज जियों के घर दी अमृतमयी कथा श्रवण करन लई
ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਜੀਵਨ ਦੀ ਕਥਾ ਦੇ ਪ੍ਰਸੰਗ ਪ੍ਰਾਰੰਭ ਹੋਣੇ ਹਨ। ਰਾਸ ਤੀਸਰੀ ਦੀ ਆਰੰਭਤਾ ਹੋਈ ਹੈ ਔਰ ਕਿਉਂਕਿ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ ਸਪਤਮ ਮਹਿਲ ਅਗੰਮ ਹਰ ਰਾਇਆ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਸੰਗਤਾਂ ਭਾਵਨਾ ਸਹਿਤ ਪ੍ਰੇਮ ਸਹਿਤ ਮਨਾ ਰਹੀਆਂ ਹਨ। ਸਤਿਗੁਰੂ ਗੁਰੂ ਗਰੀਬ ਨਵਾਜ महाराज जियों के अवतरण धन धन सतगुरु श्री गुरु हर राय महाराज जियों के प्रकाश धन धन बाबा गुरदित्ता साहिब जी के गृह विखे नगरी वरसाई कीरतपुर साहिब दे पावन पवित्र मुबारक स्थानां ते होए हन। ਕੀਰਤਪੁਰ ਪਾਤਸ਼ਾਹ ਜੀਆਂ ਨੇ ਨਗਰ ਜੋ ਸਨ 1625 ਵਿੱਚ ਵਸਾਇਆ ਸੀ ਔਰ ਆਨੰਦਪੁਰ ਸਾਹਿਬ ਮਹਾਰਾਜ ਜੀਆਂ ਨੇ ਨਗਰ 50 ਸਾਲਾਂ ਬਾਅਦ ਆਨੰਦਪੁਰ ਸਾਹਿਬ ਨਗਰ ਬਾਅਦ ਵਿੱਚ ਵਸਾਇਆ ਹੈ। ਕੀਰਤਪੁਰ ਸਾਹਿਬ ਨਗਰ ਸਨ 1625 ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਮੋੜੀ ਗੱਡੀ ਪਾਤਸ਼ਾਹ ਜੀ ਦੇ ਹੁਕਮ ਨਾਲ 6ਵੇਂ ਪਾਤਸ਼ਾਹ ਗੁਰਦੇਵ ਜੀ ਦੇ ਹੁਕਮ ਸਹਿਤ ਔਰ ਆਨੰਦਪੁਰ ਸਾਹਿਬ ਮਾਖੋਵਾਲ ਦੀ ਭੋਏ ਮਹਾਰਾਜ ਜੀਆਂ ਨੇ 50 ਸਾਲਾਂ ਬਾਅਦ ਸਨ 1600 ਤੇ 65 ਨੂੰ ਪਾਤਸ਼ਾਹ ਜੀਆਂ ਨੇ ਖਰੀਦਣਾ ਕੀਤੀ। ਉਸ ਤੋਂ ਸਤਿਗੁਰੂ ਮਹਾਰਾਜ ਜੀਆਂ ਨੇ ਸਮੇਂ ਬਾਅਦ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਜੀ ਮਹਾਰਾਜ बड़े कोमल हिरदे वाले गुरु गरीब नवाज सतगुरु महाराज सच्चे पातशाह जियों की सेवा विच रहिंदे हन। धन धन सतगुरु श्री गुरु हरगोबिंद महाराज जियों की टहल सेवा दे अंदर महाराज सच्चे पातशाह जियों के पावन पवित्र उपमा दे अंदर भाई साहब भाई नंद लाल जी बचन उचारदे हन। हक परवर हक केश गुरु करता हर राय सुल्तान हम दरवेश गुरु करता हर राय। महाराज जिथे सच दे धारनी हन धन श्री गुरु हर राय महाराज सच्चे पातशाह जिथे सुल्तानां नूं पदवियां वंडन वाले महाराज ते सतगुरु महाराज जियां दे कोल फकीरी भी है दरवेशी भी है और पातशाह सुल्तान भी हैं। धन धन श्री गुरु हर राय जी महाराज सतगुरु श्री गुरु हर राय जी महाराज सच्चे पातशाह जी सन 1644 ਨੂੰ ਆਸਨਾਂ ਦੇ ਉੱਪਰ ਸੁਸ਼ੋਭਿਤ ਹੋਏ ਕੀਰਤਪੁਰ ਸਾਹਿਬ ਮਹਾਰਾਜ ਜਦੋਂ 6ਵੇਂ ਪਾਤਸ਼ਾਹ ਪ੍ਰਭੁਰ ਪਿਆਨਾ ਕਰਦੇ ਨੇ सतगुरु महाराज जी ने अपनी थाए अपने पोते श्री गुरु हर राय महाराज सच्चे पातशाह जियां नूं आसना ते सुशोभित किया महाराज जी ने और सतगुरु महाराज जियां दे पासों 7वें पातशाह जी ने आग्या पुछी पातशाह तुर्कां सहित ਉਹਨਾਂ ਨਾਲ ਕਿਹੜੀ ਰਣਨੀਤੀ ਅਪਣਾਉਣੀ ਹੈ ਤੁਰਕਾਂ ਦੇ ਨਾਲ ਮੁਗਲਾਂ ਦੇ ਨਾਲ ਕਿਉਂਕਿ ਉਸ ਤੋਂ ਪਹਿਲਾਂ 4 ਜੰਗ ਹੋ ਚੁੱਕੇ ਸਨ। ਮਹਾਰਾਜ ਜੀ ਦੇ 6ਵੇਂ ਪਾਤਸ਼ਾਹ ਜੀਆਂ ਨੇ ਬਚਨ ਕੀਤਾ ਕਿ ਤੁਸਾਂ ਨੇ ਹਥਿਆਰਬੰਦ ਤਾਂ ਰਹਿਣਾ ਹੈ ਔਰ ਪਰ ਤੁਹਾਨੂੰ ਹਮਲਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ, ਤੁਹਾਡੇ ਉੱਪਰ ਕੋਈ ਹਮਲਾਵਰ ਹੋ ਕੇ ਨਹੀਂ ਆਏਗਾ। 6ਵੇਂ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਜੀ ਮਹਾਰਾਜ ਜੀਆਂ ਨੇ 2200 ਘੋੜ ਸਵਾਰ ਪਾਤਸ਼ਾਹ ਜੀ ਕੇ ਹਜ਼ੂਰ ਰਹਿੰਦੇ ਹਨ। ਮਹਾਰਾਜ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ। ਸਤਿਗੁਰੂ ਮਹਾਰਾਜ ਜੇ ਕਿਸੇ ਜੰਗਲੀ ਜਾਨਵਰ ਜਾਂ ਕਿਸੇ ਪਸ਼ੂ ਪੰਛੀ ਨੂੰ ਗ੍ਰਿਫਤ ਵਿੱਚ ਲੈਂਦੇ ਵੀ ਨੇ ਤੇ ਪਾਤਸ਼ਾਹ ਬਾਅਦ ਵਿੱਚ ਛੱਡ ਵੀ ਦਿੰਦੇ ਹਨ। श्री गुरु हर राय जी महाराज इतिहास दियां जदों आपां दीदार करिए महाराज जियों के इतिहास दे
ਸਤਵੇਂ ਪਾਤਸ਼ਾਹ ਜੀਓ ਕੇ ਘਰ ਦੇ ਅੰਦਰ ਉਸ ਵਕਤ ਇੰਨਾ ਵੱਡਾ ਦਵਾਖਾਨਾ ਹੈ ਪਾਤਸ਼ਾਹ ਕੀਰਤਪੁਰ ਸਾਹਿਬ ਕਿ ਜਿਹੜੀ ਦਵਾਈ ਉਸ ਵਕਤ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਂ ਨੂੰ ਕਿਤੋਂ ਨਹੀਂ ਮਿਲਦੀ ਦਾਰਾ ਸ਼ਿਕੋਹ ਨੂੰ, ਉਹ ਕੀਰਤਪੁਰ ਸਾਹਿਬ ਤੋਂ ਮਹਾਰਾਜੀਆਂ ਦੇ ਦਵਾਖਾਨੇ ਤੋਂ ਮਿਲੀ। ਜਿਸ ਵਕਤ ਦਾਰਾ ਸ਼ਿਕੋਹ ਨੂੰ ਉਹਦੇ ਭਰਾਵਾਂ ਨੇ ਸ਼ੇਰ ਦੀ ਮੁੱਛ ਦਾ ਵਾਲ ਉਹਦੇ ਭੋਜਨ ਵਿੱਚ ਖਵਾ ਦਿੱਤਾ, ਉਹਦਾ ਬਾਦਸ਼ਾਹ ਦਾ ਪੁੱਤਰ ਦਾਰਾ ਸ਼ਿਕੋਹ ਮਰਨੇ ਪਿਆ, ਕਿਤੋਂ ਥਾਂ ਉਹਨੂੰ ਕੋਈ ਨਾ ਮਿਲੀ, ਕਿਹੜੀ ਥਾਂ ਤੋਂ ਦਵਾਈ ਲਵੇ। ਵੈਦਾਂ ਨੇ ਕਹਿ ਦਿੱਤਾ, ਬੜਾ ਉਪਚਾਰ ਕੀਤਾ ਵੈਦਾਂ ਨੇ, ਔਰ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਜਿਹਾ ਲਾ ਕੇ ਉਹਨਾਂ ਨੇ ਜਦੋਂ ਕਈ ਰੋਜ਼ ਉਹ ਉਪਚਾਰ ਕਰਦੇ ਰਹੇ, ਨਾ ਪੇਟ ਦਾ ਰੋਗ ਠੀਕ ਹੋਇਆ, ਦਿਨੋਂ ਦਿਨ ਸਰੀਰ ਨੂੰ ਜਿਵੇਂ ਸੋਕਾ ਪਿਆ। ਬਾਦਸ਼ਾਹ ਨੂੰ ਇੱਕ ਦਿਨ ਵੈਦ ਆ ਕੇ ਕਹਿਣ ਲੱਗੇ, ਜੇ ਸਾਨੂੰ 14 ਸਰਸਾਈ ਦੀ ਹਿਰੜ ਤੇ ਖਾਸ ਕਿਸਮ ਦੇ ਲੌਂਗ, ਇੱਕ ਵਜਨੀ ਲੌਂਗ, ਸਾਨੂੰ ਜੇ ਕਿਤੋਂ ਤੁਸੀਂ ਇਹ ਉਪਲਬਧ ਕਰਵਾਓ ਤੇ ਫਿਰ ਅਸੀਂ ਦਵਾਈ ਤਿਆਰ ਕਰੀਏ ਤੇ ਖੁਦਾ ਫਿਰ ਮੋੜਾ ਹੋ ਸਕਦਾ ਕਰ ਦਵੇ। ਬਾਦਸ਼ਾਹ ਨੇ ਉਸੇ ਵਕਤ ਆਪਣੇ ਵਜ਼ੀਰਾ ਉਮਰਾਓ ਨੂੰ ਕਹਿ ਦਿੱਤਾ ਵੀ ਜਿਹੜਾ ਵੀ ਇਹ ਕਹਿੰਦੇ ਨੇ ਕਿਸੇ ਥਾਂ ਤੇ ਵੀ ਜਾਓ ਤੁਸੀਂ ਲੈ ਕੇ ਆਓ, ਪਰ ਕਹਿੰਦੇ ਉਹਨਾਂ ਨੂੰ ਕਿਤੋਂ ਵੀ ਉਹ ਦਵਾਈ ਨਾ ਮਿਲੀ। ਵੈਦਾਂ ਨੇ ਕਿਹਾ ਵੀ ਅਸੀਂ ਜਾਣਦੇ ਹਾਂ ਜੇ ਕੀਰਤਪੁਰ ਸਾਹਿਬ ਮਹਾਰਾਜੀਆਂ ਦੇ ਸਥਾਨ ਤੇ ਉਥੋਂ ਮਿਲ ਸਕਦੀ ਹੈ, ਪਰ ਉਸ ਘਰ ਦੇ ਨਾਲ ਤਾਂ ਤੁਹਾਡੇ ਘਰ ਦੀ, ਕਿਉਂਕਿ ਜੰਗ ਜੁੱਧ ਅਜੇ ਹੋ ਕੇ ਹਟੇ ਸਨ ਪਹਿਲਾਂ। ਬਾਦਸ਼ਾਹ ਨੇ ਦਾਰਾ ਸ਼ਿਕੋਹ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਜਿਵੇਂ ਉਹਨੇ ਚਿੱਠੀ ਲਿਖ ਕੇ ਭੇਜੀ, ਪਾਤਸ਼ਾਹ ਜੀਆਂ ਨੂੰ ਕਿਹਾ ਕਿ ਇਸ ਘਰ ਦੇ ਨਾਲ ਭਾਵੇਂ ਕਿ ਅਸੀਂ ਜੰਗ ਜੁੱਧ ਵਿੱਚ ਰਹੇ ਹਾਂ, ਪਰ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਤੋਂ ਮਿਲੀਆਂ ਹਨ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਘਰ ਅਕਬਰ ਵੀ ਆਇਆ ਹੈ, ਮਹਾਰਾਜ ਪੁੱਤਰ ਮੌਤ ਮਰਨੇ ਪਿਆ ਹੈ, ਜੇ ਤੁਹਾਡੇ ਘਰ ਤੋਂ ਉਪਚਾਰ ਹੋ ਜਾਏ, ਦਵਾਈ ਮਿਲ ਜਾਏ। ਤੇ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦਾ, ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਜੀਆਂ ਦੇ ਘਰ ਦਾ ਅਸੂਲ ਕੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਮਹਾਰਾਜ ਜੀਆਂ ਦੇ ਕੋਲ ਜਦੋਂ ਆਣ ਕੇ ਦੱਸਣ ਵਾਲਿਆਂ 10 ਪਾਈ ਪਾਤਸ਼ਾਹ, ਬਾਦਸ਼ਾਹ ਸ਼ਾਹਜਹਾਂ ਦੀ ਚਿੱਠੀ ਆਈ ਹੈ, ਪੁੱਤਰ ਉਹਦਾ ਮਰਨੇ ਪਿਆ ਹੈ ਦਾਰਾ ਸ਼ਿਕੋਹ। ਮਹਾਰਾਜ ਕਹਿੰਦੇ ਕੀ ਲੋਚਾ ਰੱਖਦਾ ਹੈ, ਇੱਚੀ ਹੈ ਉਹਦੀ। ਕਹਿੰਦੇ ਮਹਾਰਾਜ ਵੈਦ ਵੀ ਨਾਲ ਆਏ ਨੇ ਤੇ ਉਹ ਕਹਿੰਦੇ ਨੇ ਫਲਾਣੀ ਫਲਾਣੀ ਦਵਾਈ ਦਵਾਖਾਨੇ ਵਿੱਚੋਂ ਚਾਹੀਦੀ ਹੈ। ਤੇ ਮੇਰੇ ਸਤਿਗੁਰੂ ਗੁਰਦੇਵ ਜੀਆਂ ਨੇ ਉਸੇ ਵਕਤ ਕਿਹਾ ਕਿ ਹੁਣੇ ਹੀ ਤੁਸੀਂ ਉਹ ਭੇਜਣਾ ਕਰੋ, ਦਵਾਈ ਪ੍ਰਬੰਧ ਤੁਸੀਂ ਹੁਣੇ ਹੀ ਉਹ ਕਰੋ। ਗੁਰਦੇਵ ਮਹਾਰਾਜ ਜੀਆਂ ਦਾ ਕਿਤਨੀ ਵੱਡੀ, ਜੇ ਆਪਾਂ ਸੌਖੇ ਸ਼ਬਦਾਂ ਵਿੱਚ ਕਹੀਏ, ਹਸਪੀਟਲ, ਡਿਸਪੈਂਸਰੀ, ਅਜੋਕੇ ਲਫ਼ਜ਼ਾਂ ਵਿੱਚ ਦਵਾਖਾਨੇ ਨੂੰ ਗੁਰਦੇਵ ਜੀਆਂ ਦੇ ਘਰ ਵਿੱਚ ਉਸ ਵਕਤ ਕਿੰਨੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਪਚਾਰ ਕੀਤੇ ਹਨ। ਸਤਿਗੁਰੂ ਗੁਰੂ ਹਰਿ ਰਾਏ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਜੀਵਨ ਦੇ ਵਿੱਚੋਂ ਗੁਰਮੁਖੋ ਵੈਸੇ ਪਾਤਸ਼ਾਹ ਜੀਆਂ ਦੇ ਹਰ ਇੱਕ ਹੀ ਘਟਨਾ ਦੇ ਵਿੱਚੋਂ ਸਾਧ ਸੰਗਤ ਜੀਓ ਸਾਨੂੰ ਸੇਧ ਪ੍ਰਾਪਤ ਹੁੰਦੀ ਹੈ, ਪਰ ਮਹਾਰਾਜ ਜੀਆਂ ਨੇ ਜਿਵੇਂ ਪ੍ਰਮੁੱਖ ਘਟਨਾ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਬਾਣੀ ਦਾ ਇੰਨਾ ਸਤਿਕਾਰ ਕਰਦੇ ਹਨ। ਤੇ ਜੇ ਕਿਤੇ ਪਾਤਸ਼ਾਹ ਜੀਆਂ ਦੇ ਆਪਣੇ ਪੁੱਤਰ ਨੇ, ਗੁਰਦੇਵ ਜੀਆਂ ਦੇ ਪੁੱਤਰ ਨੇ ਬਾਣੀ ਦੀ ਪੰਕਤੀ ਬਦਲਣ ਦੀ ਕੋਸ਼ਿਸ਼ ਕੀਤੀ, ਮੌਖਿਕ ਰੂਪ ਵਿੱਚ, ਲਿਖਤੀ ਨਹੀਂ, ਮੌਖਿਕ ਰੂਪ ਵਿੱਚ, ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਬਾਬੇ ਰਾਮ ਰਾਏ ਨੇ ਜੇ ਜ਼ਬਾਨੀ ਉਹਨੇ ਕਿਹਾ ਮਿੱਟੀ ਬੇਈਮਾਨ ਕੀ ਹੈ ਮੁਸਲਮਾਨ ਕੀ ਨਹੀਂ। ਮਹਾਰਾਜੀਆਂ ਦੇ ਕੋਲ ਦਿੱਲੀ ਦੀ ਸੰਗਤ ਨੇ ਚਿੱਠੀ ਭੇਜੀ, ਪਾਤਸ਼ਾਹ ਅੱਜ ਆਪ ਜੀਆਂ ਦੇ ਪੁੱਤਰ ਨੇ ਬਾਣੀ ਦੀ ਪੰਕਤੀ ਬਦਲਣ ਦੀ ਕੋਸ਼ਿਸ਼ ਕੀਤੀ ਤੇ ਗੁਰਦੇਵ ਜੀਆਂ ਨੇ ਉਸੇ ਵਕਤ ਉਸੇ ਥਾਂ ਤੇ ਕਹਿ ਦਿੱਤਾ, ਉਹਨੂੰ ਕਹੋ ਜਿਹੜੇ ਪਾਸੇ ਉਹਦਾ ਮੂੰਹ ਹੈ ਉਧਰ ਨੂੰ ਮੂੰਹ ਕਰ ਲਵੇ, ਇਸ ਪਾਸੇ ਆਉਣ ਦੀ ਲੋੜ ਨਹੀਂ। ਗੁਰਮੁਖੋ ਕੈਸਾ, ਜਦੋਂ ਆਪਾਂ ਮੋਹ ਦਾ ਰੂਪ ਵੇਖਨੇ ਆ ਨਾ, ਮੋਹ ਦੀਆਂ ਤੰਦਾਂ ਅੰਦਰ ਆਪਾਂ ਸੰਸਾਰੀ ਜੀਵ ਮੋਹ ਦੇ ਅੰਦਰ ਬੱਝੇ ਹੋਏ ਹਾਂ।
ਪੁੱਤਰ ਕੋਈ ਗਲਤੀ ਕਰਕੇ ਆਏ ਤੇ ਮਾਂ ਤੇ ਪੁੱਤਰ ਕੁਝ ਇੱਕ ਦਿਨਾਂ ਬਾਅਦ ਮਾਂ ਪਿਓ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲੈਂਦੇ ਨੇ, ਪਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਕਹਿੰਦੇ ਇਹ ਗੁਰੂ ਦੇ ਹਿਰਦੇ ਉੱਪਰ ਚੋਟ ਮਾਰਨ ਦੀ ਕੋਸ਼ਿਸ਼ ਕੀਤੀ। ਤੀਸਰੇ ਜਾਮੇ ਅੰਦਰ ਬਾਬਾ ਦਾਤੂ ਜੀ ਨੇ ਜੇ ਲੱਤ ਮਾਰੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੂੰ ਚਰਨ ਤੇ ਪਾਤਸ਼ਾਹ ਉਹਨਾਂ ਦੇ ਚਰਨ ਫੜ ਲੈਂਦੇ ਨੇ, ਤੁਸੀਂ ਗੁਰੂ ਦੇ ਪੁੱਤਰ ਹੋ, ਮੈਂ ਤੁਹਾਡੇ ਸਤਿਕਾਰ ਵਿੱਚ ਨਹੀਂ ਉੱਠਿਆ, ਮੈਥੋਂ ਭੁੱਲਣਾ ਹੋਈ, ਤੁਸਾਂ ਨੇ ਮੈਨੂੰ ਚੋਟ ਮਾਰ ਕੇ, ਤੁਸਾਂ ਨੇ ਮੈਨੂੰ ਸੱਟ ਮਾਰ ਕੇ ਮੈਨੂੰ ਚੇਤੇ ਕਰਾਇਆ, ਮੈਥੋਂ ਭੁੱਲਣਾ ਹੋਈ, ਤੁਸੀਂ ਗੁਰੂ ਦੇ ਪੁੱਤਰ ਹੋ, ਚਾਹੀਦਾ ਸੀ ਮੈਨੂੰ ਬਾਹਰ ਆ ਕੇ ਤੁਹਾਡੇ ਸਤਿਕਾਰ ਵਿੱਚ ਖਲੋਣਾ। ਜਦੋਂ ਗੁਰਦੇਵ ਜੀਆਂ ਦੇ ਕੋਈ ਤਨ ਨੂੰ ਚੋਟ ਮਾਰਦਾ ਪਾਤਸ਼ਾਹ ਜੀ ਚਰਨ ਫੜਦੇ ਨੇ, ਤੇ ਜਿੱਦਣ ਕਿਸੇ ਨੇ ਬਾਣੀ ਉੱਪਰ ਚੋਟ ਮਾਰਨ ਦੀ ਕੋਸ਼ਿਸ਼ ਕੀਤੀ, ਮਹਾਰਾਜ ਕਹਿੰਦੇ ਸਾਡਾ ਕੁਝ ਨਹੀਂ ਲੱਗਦਾ। ਮਹਾਰਾਜ ਕਹਿੰਦੇ ਸਾਡਾ ਨਹੀਂ ਕੁਛ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਗੁਰਦੇਵ ਜੀਆਂ ਨੇ ਬਚਨ ਕੀਤੇ, ਗੁਰੂ ਕੇ ਸਿੱਖੋ, ਪਾਵਨ ਪਵਿੱਤਰ ਗੁਰੂ ਕੀ ਬਾਣੀ ਪੜੋ, ਔਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਜੀਵਨ ਦੇ ਅੰਦਰ ਬਿਰਧ ਮਾਈ ਨੇ ਪ੍ਰੇਮ ਸਹਿਤ ਪਾਤਸ਼ਾਹ ਜੀ ਨੂੰ ਧਿਆਇਆ। ਮਹਾਰਾਜ ਲੰਗਰ ਪ੍ਰਸ਼ਾਦ ਤਿਆਰ ਹੈ, ਗੁਰਦੇਵ ਜੀ ਚਿੱਤ ਵਿੱਚ ਹੈ ਕਦੇ ਤੁਸੀਂ ਮੇਰੇ ਹੱਥੋਂ ਵੀ ਪ੍ਰਸ਼ਾਦਾ ਪਾਣੀ ਤੁਸੀਂ ਪ੍ਰੇਮ ਸਹਿਤ ਛਕੋਗੇ, ਪਰ ਮਹਾਰਾਜ ਮੇਰੇ ਕੋਲ ਇਤਨਾ ਨਹੀਂ ਬਿਧ ਬਣਦੀ ਕਿ ਤੁਹਾਡੇ ਜਿਤਨੇ ਸਿਪਾ ਸਲਾਰ ਨਾਲ ਹੋਣ, ਮੈਂ ਸਾਰਿਆਂ ਦਾ ਲੰਗਰ ਪ੍ਰਸ਼ਾਦ ਤਿਆਰ ਕਰਾਂ। ਇੱਕ ਦਿਨ ਗੁਰੂ ਨੂੰ ਚੇਤੇ ਕਰਦਿਆਂ, ਗੁਰੂ ਜੀ ਨੂੰ ਧਿਆਉਂਦਿਆਂ ਉਹਨਾਂ ਨੇ ਲੰਗਰ ਪ੍ਰਸ਼ਾਦ ਮਾਈ ਤਿਆਰ ਕੀਤਾ। ਪੌਣੇ ਵਿੱਚ ਪ੍ਰਸ਼ਾਦੇ ਬੰਨ ਕੇ ਤੇ ਬਾਹਰਲੇ ਪਾਸੇ ਜਿੱਥੇ ਮਹਾਰਾਜ ਸ਼ਿਕਾਰ ਖੇਡਣ ਹਿੱਤ ਜਾਂਦੇ ਨੇ ਉਸੇ ਰਸਤੇ ਤੇ ਆਣ ਕੇ ਖਲੋ ਗਈ। ਗੁਰਦੇਵ ਮਹਾਰਾਜ ਜੀਆਂ ਨੇ ਘੋੜੇ ਦੀਆਂ ਵਾਗਾਂ ਮੋੜੀਆਂ ਜਿਹੜੇ ਪਾਸੇ ਮਾਈ ਖਲੋਤੀ ਸੀ, ਜਾ ਕੇ ਕਹਿਣ ਲੱਗੇ, ਮਾਈ ਭੁੱਖ ਲੱਗੀ ਹੈ ਮਾਤਾ, ਪ੍ਰਸ਼ਾਦਾ ਲਿਆਓ। ਸਾਰੇ ਸਿੱਖ ਵੇਖਣ ਲੱਗੇ ਵੀ ਮਹਾਰਾਜ ਜੀਆਂ ਨੇ ਅੱਗੇ ਤਾਂ ਇਸ ਵਕਤ ਕਦੇ ਪ੍ਰਸ਼ਾਦਾ ਨਹੀਂ ਛਕਿਆ, ਗੁਰਦੇਵ ਜੀਆਂ ਨੇ ਪ੍ਰੇਮ ਸਹਿਤ ਪ੍ਰਸ਼ਾਦਾ ਛਕਿਆ। ਅਗਲੇ ਦਿਨ ਗੁਰੂ ਕੇ ਸਿੱਖਾਂ ਨੇ ਆਪਣੇ ਨਾਲ ਭੋਜਨ ਪ੍ਰਸ਼ਾਦ ਲੰਗਰ ਵਿੱਚੋਂ ਤਿਆਰ ਕਰਕੇ ਬੰਨ ਲਿਆ ਕਿ ਮਹਾਰਾਜ ਜੀਆਂ ਨੂੰ ਹੋ ਸਕਦਾ ਹੈ ਸ਼ਿਕਾਰ ਖੇਡਣ ਜਾਂਦੇ ਨੇ ਤੇ ਗੁਰਦੇਵ ਜੀਆਂ ਨੂੰ ਕਿਤੇ ਭੁੱਖ ਵਿਆਪਦੀ ਹੋਵੇ। ਸਤਿਗੁਰੂ ਮਹਾਰਾਜ ਜੀ ਅਗਲੇ ਦਿਨ ਜਦੋਂ ਫੇਰ ਗਏ ਤੇ ਉਸੇ ਵਕਤ ਸਿੱਖ ਹੱਥ ਜੋੜ ਕੇ ਰਸਤੇ ਵਿੱਚ ਕਹਿਣ ਲੱਗੇ, ਗੁਰਦੇਵ ਜੀ ਲੰਗਰ ਤਿਆਰ ਹੈ, ਮਹਾਰਾਜ ਹੁਕਮ ਕਰੋ ਜੇ ਇੱਥੇ ਤੁਸੀਂ ਪ੍ਰਸ਼ਾਦਾ ਛਕਣਾ। ਮਹਾਰਾਜ ਕਹਿੰਦੇ ਪ੍ਰਸ਼ਾਦੇ ਦਾ ਕੋਈ ਵੇਲਾ ਹੈ ਭਾਈ, ਲੰਗਰ ਪ੍ਰਸ਼ਾਦ ਦੀ ਮਰਿਆਦਾ ਹੁੰਦੀ ਹੈ, ਸਤਕਾਰ ਸਹਿਤ ਸੁਚਮਤਾਈ ਸਹਿਤ ਜੀ ਭੋਜਨ ਪ੍ਰਸ਼ਾਦ ਛਕੇ, ਲੰਗਰ ਪ੍ਰਸ਼ਾਦ ਅਚਵਨਾ ਕਰੇ। ਇੱਕ ਨੇ ਬੇਨਤੀ ਕੀਤੀ, ਮਹਾਰਾਜ ਖਿਮਾ ਕਰਨਾ ਸਾਨੂੰ, ਕੱਲ ਤੁਸਾਂ ਨੇ ਪ੍ਰਸ਼ਾਦਾ ਛਕਿਆ ਸੀ, ਅਸੀਂ ਤਾਂ ਨਾਲ ਲੈ ਕੇ ਆ ਗਏ। ਮਹਾਰਾਜ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਜੀਆਂ ਦੇ ਉੱਥੇ ਬਚਨ ਸਨ, ਕਹਿਣ ਲੱਗੇ ਕੱਲ ਮਾਈ ਨੇ ਪ੍ਰੇਮ ਸਹਿਤ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਗੁਰਦੇਵ ਮਹਾਰਾਜ ਜੀਆਂ ਦੇ ਘਰ ਦੇ ਬੋਲ ਹਨ, ਭਾਈ ਗੁਰਦਾਸ ਜੀ ਬਚਨ ਲਿਖਦੇ ਹਨ, ਕਹਿੰਦੇ ਮੇਰੇ ਸਾਹਿਬ ਕੋਈ ਉਹਦੇ ਕੋਲ ਭਾਵਨਾ ਦੇ ਨਾਲ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੈ ਤਾਹੀਂ ਗੁਰ ਸਰਬ ਨਿਦਾਨ ਦਾਨ ਦੇਤ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਗੋਬਿੰਦ ਭਾਉ ਭਗਤ ਦਾ ਭੂਖਾ, 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 ਗੋਬਿੰਦ ਭਾਉ ਭਗਤ ਦਾ ਭੂਖਾ। ਮਹਾਰਾਜ ਕਹਿੰਦੇ ਵੀ ਉਹਨੂੰ ਤਾਂ ਭੁੱਖ ਹੀ ਪ੍ਰੇਮ ਦੀ ਹੈ, ਉਹਨੂੰ ਵਸਤੂਆਂ ਦੀ ਤਾਂ ਲੋੜ ਹੀ ਕੋਈ ਨਹੀਂ ਭਾਈ, ਉਹਨੂੰ ਕੋਈ ਪੈਸੇ ਟਕੇ ਉਹਦੇ ਘਰ ਦੇ ਅੰਦਰ ਕਿਸੇ ਵੀ ਸ਼ੈ ਦੀ ਕੋਈ ਘਾਟ ਨਹੀਂ, ਬਸ ਉਹ ਤਾਂ ਵੇਖਦੇ ਨੇ ਗੁਰੂ ਕੇ ਸਿੱਖ ਦੇ ਹਿਰਦੇ ਅੰਦਰ ਪ੍ਰੇਮ ਕਿੰਨਾ ਕੁ ਹੈ। ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨੇ ਪ੍ਰੇਮ ਸਾਥ ਗੁਰੂ ਨੂੰ ਧਿਆਇਆ। ਐਸੇ ਮੇਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਗੁਰਦੇਵ ਜੀਆਂ ਦੇ ਕੋਲ ਜੇ ਕਿਤੇ ਆਣ ਕੇ ਜਾਂਚਨਾ ਕੀਤੀ, ਪਾਤਸ਼ਾਹ ਜੀ ਨੇ ਫਿਰ ਐਸੀਆਂ ਬਖਸ਼ਿਸ਼ਾਂ ਕੀਤੀਆਂ,
ਆਪਾਂ ਵੇਖਨੇ ਹਾਂ ਇਤਿਹਾਸ ਵਿੱਚੋਂ ਫੂਲਕੀਆ ਮਿਸਲ ਦਾ ਇਤਿਹਾਸ, ਪਾਤਸ਼ਾਹ ਜੀਆਂ ਦੇ ਦਰੋ ਕਰੋ ਵਰਸਾਏ, ਜਿਨ੍ਹਾਂ ਨੂੰ ਥਾਪੜੇ ਮਿਲੇ ਮਹਾਰਾਜ ਕਹਿੰਦੇ ਇਹਨਾਂ ਦੇ ਘੋੜੇ ਜਮਨਾ ਸਤਲੁਜ ਤੱਕ ਪਾਣੀ ਪੀਣਗੇ। ਗੁਰਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਜੀ ਮਹਾਰਾਜ, ਤਿਨਾਂ ਦੇ ਅਵਤਰਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਸਤਿ ਸ੍ਰੀ ਅਕਾਲ। ਹਮ ਅਹੰਕਾਰੀ ਅਹੰਕਾਰ ਅਗਿਆਨ ਮਤ, ਗੁਰ ਮਿਲਿਐ ਆਪ ਗਵਾਇਆ, ਹਉ ਮੈਂ ਰੋਗ ਗਿਆ ਸੁਖ ਪਾਇਆ, ਧੰਨ ਧੰਨ ਗੁਰੂ ਹਰਿਰਾਇਆ। ਸਾਹਿਬ ਸੱਚੇ ਪਾਤਸ਼ਾਹ ਦੀਨ ਦਿਆਲ ਗੁਰਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਵਣ ਜੀ। ਮਹਾਰਾਜ ਜੀਆਂ ਦੇ ਕੀਮਤੀ ਸਿਧਾਂਤ ਬਾਣੀ ਦਾ ਸਤਿਕਾਰ ਕਿਸ ਪ੍ਰਕਾਰ ਹੋਵੇ, ਗੁਰੂ ਨੂੰ ਯਾਦ ਕੋਈ ਕਿਸ ਤਰ੍ਹਾਂ ਕਰੇ। ਮਹਾਰਾਜ ਜੀਆਂ ਦੀ ਸਿਮਰਨ ਵਿੱਚ ਭਾਈ ਗੋਇੰਦਾ ਜਿਸ ਪ੍ਰਕਾਰ ਬੈਠ ਕੇ ਗੁਰੂ ਨੂੰ ਧਿਆਉਂਦੇ ਨੇ, ਚਰਨਾਂ ਨੂੰ ਪਕੜ ਲੈਂਦੇ ਹਨ, ਤੇ ਮਹਾਰਾਜ ਜੀਆਂ ਦੇ ਚਰਨਾਂ ਨੂੰ ਭਾਈ ਗੋਇੰਦੇ ਕਾਬਲ ਬੈਠੇ, ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ, ਮਹਾਰਾਜ ਜੀਆਂ ਨੂੰ ਉੱਥੇ ਹੀ ਚਰਨਾਂ ਨੂੰ ਘੁੱਟ ਕੇ ਪਕੜ ਕੇ ਬੈਠੇ ਹਨ। ਐਸੇ ਮਹਾਰਾਜ ਸਤਿਗੁਰੂ ਗੁਰੂ ਗਰੀਬ ਨਿਵਾਜ ਰਹੋ ਵਿਚਾਰ। ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਕੱਲ ਰੋਜ਼ ਸਰਵਣ ਕੀਤਾ। ਕਥਾ ਦਾ ਮਹਾਤਮ ਸਤਿਗੁਰੂ ਗੁਰਦੇਵ ਮਹਾਰਾਜ ਜੀਆਂ ਦੇ ਘਰ ਦੀ ਜੀਵਨ ਦੀ ਇਹ ਕਥਾ, ਅੰਦਰ ਦੇ ਛੌੜ ਕੱਟਣ ਵਾਲੀ, ਭਰਮ ਆਦ ਕੱਟਣ ਵਾਲੀ ਗੁਰੂ ਕੇ ਜੀਵਨ ਦੀ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੀ ਕਥਾ ਏ, ਜੋ ਪ੍ਰੇਮ ਸਹਿਤ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਗੁਰੂ ਗਰੀਬ ਨਿਵਾਜ ਮੇਰੀਆਂ ਪੀਰੀਆਂ ਦੇ ਮਾਲਕ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਦੇ ਪ੍ਰਸੰਗ ਪ੍ਰਾਰੰਭ ਹੋਣੇ ਹਨ। ਕਰੋ ਮਨ ਬਿਰਤੀਆਂ ਨੂੰ ਇਕਾਗਰ ਸਾਧ ਸੰਗਤ ਜੀ, ਬਖਸ਼ੋ ਆਸੀਸ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਸ਼ਰੋਤਾ ਬਚ ਕਹਿਤ ਪਏ, ਹਾਥ ਜੋੜੋਏ ਦੀਨ। सतगुरु महाराज जियों के पावन पवित्र जीवन दी कथा बाबा राम कोयर जी सांझ पा रहे हैं। श्रोता जना ने प्रेम सहित हाथ जोड़ के बेनती कीती है, हर गोबिंद के जन्म की कहो कथा पर बीन। साहिब श्री गुरु हरगोबिंद महाराज जियां दी मुबारक जीवन दी सुंदर कथा तुसी कहना करो। सुन कै साहिब राम कोर कैत पाई सुखदाई। उस वक्त भाई राम कोयर जी साहिब राम कौर जी कहन लगे हन, आद अंत सब कहतो सुनो कथा मन लाई। हे गुरु के सिखो तुसी प्रेम सहित मन ला के एक कथा सरवण करो। ਇਹ ਆਦ ਔਰ ਅੰਤ ਤੱਕ ਮੈਂ ਕਥਾ ਆਪ ਜੀਆਂ ਨੂੰ ਮੈਂ ਸਾਂਝ ਪਾ ਰਿਹਾ ਹਾਂ, ਤੁਸੀਂ ਪ੍ਰੇਮ ਸਹਿਤ ਮਨ ਲਾ ਕੇ ਕਥਾ ਸਰਵਣ ਕਰੋ। ਜੈ ਕੈ ਗੁਰ ਸਿੱਖੀ ਹੁਤੀ ਬਿਦਤਿਓ ਏਵ ਪ੍ਰਸੰਗ। ਜੈ ਕੈ ਜਿੱਥੇ ਕਿਤੇ ਪੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੁਲਵਾੜੀ ਸਿੱਖੀ ਫੁਲਵਾੜੀ ਇਹ ਫੈਲੀ ਹੋਈ ਸੀ। ਸਰਬ ਜਗਤ ਮੈਂ ਜਸ ਮਹਾ ਕਰੇ ਸੋ ਉਜਲ ਰੰਗ। ਗੁਰਦੇਵ ਮਹਾਰਾਜ ਜੀਆਂ ਦੀ ਇਸ ਸਿੱਖੀ ਸਾਰੇ ਜਗਤ ਅੰਦਰ ਦੂਰ ਦਰਾਡੇ ਤੱਕ ਪਾਤਸ਼ਾਹ ਜੀ ਦੀ ਕੀਰਤੀ ਫੈਲੀ ਹੋਈ ਹੈ। ਕਬਿਤ सोने देश देशों ते आए हैं आशीष सिख। दूर दराडे तो सतगुरु महाराज जियां दे घर दे अंदर वख-वख थावां तो देशां विदेशां तो संगतां आउंदियां हन गुरुदेव जी दे घर। पेटन विशेष को चढ़ावे पग सीस तर। और नाना प्रकार दियां जिहड़ियां भेटावां हन सतगुरु महाराज जियां दे स्थानां ते गुरुदेव जियों के घर दे अंदर भेटा करके गुरुदेव महाराज जियां दे चरनां पर अपना शीस अर्पित करदियां हन, शीस रखदियां हन।
गादी पे बिराजे गुरु अर्जन बैठे बीच। सतगुरु गुरु गरीब नवाज धन धन श्री गुरु अर्जन देव महाराज सच्चे पातशाह गुरता गद्दी पर सुशोभित होए बैठे ਹਨ। करामत पूਰਨ सो जोत जगदीश तर। जगत ਦੇ ਮਾਲਕ ਨੇ ਉਹ ਸਵਰੂਪ ਧਾਰਨ ਕਰਕੇ ਜੋਤ ਧਾਰਨ ਕਰਕੇ ਜਿਹੜੇ ਕਰਾਮਾਤਾਂ ਵਿੱਚ ਵੀ ਸੰਪੂਰਨ ਹਨ। वांछित को देते आनंद हूँ के हित। ਜੋ ਅੰਦਰ ਦੀ ਮਨੋ ਕਾਮਨਾ ਕਿਸੇ ਦੀ ਹੋਵੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਹਾਰੇ। दुखन हार लेते सो दासन असीस तर। ਔਰ ਦਾਸਾਂ ਦੇ ਦੁੱਖਾਂ ਨੂੰ ਗੁਰਦੇਵ ਮਹਾਰਾਜ ਹਰਨ ਵਾਲੇ ਪੀੜਾਂ ਨੂੰ ਹਰਨ ਵਾਲੇ ਅਸੀਸ ਦੇਣ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਆਸਨਾ ਪਰ ਸੁਸ਼ੋਭਿਤ ਹਨ। जग और न जाहे महातम मैं अवतार उजागर आन कियो तिनके दुख कोटिक दूर गए मथुरा जिन अमृत नाम पियोए पद्धत ते मत चूकै रे मन भेद बपेद न जान बियो पर तछ हृदय गुर अर्जुन का हर पूर्ण ब्रह्म निवास लियो। ऐसे दीन दयाल पातशाह महाराज तख्तां पर सुशोभित ने। देश विदेश ਦੀਆਂ ਸੰਗਤਾਂ ਮਹਾਰਾਜੀਆਂ ਦੇ ਘਰ ਦੇ ਅੰਦਰ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਉਂਦੀਆਂ ਹਨ। केऊ रहे पास हरे जामहु को त्रास बो। ਕਈ ਮਹਾਰਾਜੀਆਂ ਦੇ ਕੋਲ ਠਹਿਰਦੇ ਹਨ ਆਣ ਕੇ। ਕਈ ਸੰਗਤਾਂ ਛੇਤੀ ਪਰਤ ਜਾਂਦੀਆਂ ਹਨ ਵਾਪਸ ਨਗਰਾਂ ਨੂੰ। ਕਈ ਗੁਰਦੇਵ ਮਹਾਰਾਜੀਆਂ ਦੇ ਕੋਲ ਰਹਿ ਕੇ ਕੋਊ ਰਹਿ ਪਾਸ ਹਰੈ ਜਮ ਹੂ ਕੋ ਤਰਾਸ ਬਹੁ। ਕਈ ਜਮਦੂਤਾਂ ਦਾ ਜਿਹੜਾ ਭਾਵ ਡਰ ਗੁਰਦੇਵ ਜੀ ਕੀ ਪਾਵਨ ਪਵਿੱਤਰ ਬਾਣੀ ਨਾਲ ਅੰਦਰ ਦੇ ਭਰਮ ਦੇ ਛੌੜ ਗੁਰਦੇਵ ਜੀ ਕੱਟ ਦਿੰਦੇ ਹਨ। ਤਾਰੇ ਗੁਣ ਰਾਸ ਕੋ ਨਿਵਾਰੇ ਮੋਹਰੀ ਸਤਰ। ਔਰ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਨੇ ਇੱਕ ਦੂਸਰੇ ਵੱਲ ਵੇਖ ਕਰਕੇ। ਗੁਰੂ ਕੀ ਸੰਗਤ ਦਾ ਗੁਰਮੁਖੋ ਜਿਹੜਾ ਸਭ ਤੋਂ ਵੱਡਾ ਮਹਾਤਮ ਹੈ। ਸਿਮਰਨ ਤਾਂ ਕੋਈ ਬੈਠ ਕੇ ਕਿਸੇ ਥਾਂ ਤੇ ਕਰ ਲਵੇ ਪ੍ਰਵਾਨ, ਪਰ ਸੰਗਤ ਵਿੱਚ ਇਹਦਾ ਮਹਾਤਮ ਕੀ ਹੈ। ਨਿਵਾਰੈ ਮੋਹਿ ਰੀਸ ਧਾਰ। ਸੰਗਤ ਦੇ ਅੰਦਰ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣਾ ਮੇਰਾ ਨਾਮ ਜੀਓ। ਗੁਰਦੇਵ ਮਹਾਰਾਜੀਆਂ ਦੇ ਘਰ ਦੇ ਅੰਦਰ ਇੱਕ ਨੂੰ ਰੰਗ ਲੱਗਾ ਹੋਵੇ, ਦੂਸਰਾ ਤਿਨਾਂ ਵੱਲ ਵੇਖ ਕਰਕੇ ਪ੍ਰੇਮ ਸਹਿਤ ਉਸੇ ਮਾਰਗ ਦਾ ਪਾਂਧੀ ਬਣ ਜਾਏ, ਉਸੇ ਮਾਰਗ ਦਾ ਪਾਂਧੀ ਬਣ ਜਾਏ। ਬੜਾ ਸੋਹਣਾ ਕਿਸੇ ਗੁਰੂ ਕੇ ਵਿਦਵਾਨ ਜਨ ਨੇ ਬਿਆਨ ਕੀਤਾ। ਕਹਿੰਦੇ ਸੰਗਤ ਦੇ ਅੰਦਰ ਪ੍ਰਾਤਨ ਸਮੇਂ ਨਾ ਲੋਕ ਪੈਦਲ ਤੁਰਦੇ ਸਨ ਇੱਕ ਥਾਂ ਤੋਂ ਦੂਸਰੀ ਥਾਂ ਸਫ਼ਰ ਕਰਨ ਵਾਸਤੇ। ਚਾਨਣ ਕਰਨ ਲਈ ਉਹਨਾਂ ਨੇ ਮਸ਼ਾਲਾਂ ਲੈ ਲੈਣੀਆਂ। ਜੇ ਕਿਤੇ ਹਵਾ ਦਾ ਬੁੱਲਾ ਆਉਣਾ ਇੱਕ ਦੀ ਮਸ਼ਾਲ ਬੁੱਝ ਜਾਣੀ, ਉਹਨੇ ਦੂਸਰੇ ਦੀ ਮਸ਼ਾਲ ਨਾਲ ਆਪਣੀ ਮਸ਼ਾਲ ਪ੍ਰਜਵਲਿਤ ਕਰ ਲੈਣੀ। ਇਸ ਪ੍ਰਕਾਰ ਉਹਨਾਂ ਨੇ ਆਪਣਾ ਪੰਧ ਦੂਰ ਕਰ ਲੈਣਾ, ਸਫ਼ਰ ਉਹਨਾਂ ਨੇ ਮੁਕਾ ਲੈਣਾ। ਗੁਰੂ ਕੀ ਸੰਗਤ ਦਾ ਇਹੋ ਮਹਾਤਮ ਤਿਨਾ ਦੇਖ ਮਨ ਚਾਓ ਉਠੰਦਾ ਹਉ ਕਦ ਪਾਈ ਗੁਣ ਤਾਸਾ। ਗੁਰੂ ਕੀ ਸੰਗਤ ਦੀ ਸਭ ਤੋਂ ਵੱਡੀ ਜਿਹੜੀ ਅਸੀਸ ਹੈ, ਤਿਨਾ ਦੇਖ ਮਨ ਚਾਓ ਉਠੰਦਾ ਹਉ ਕਦ ਪਾਈ ਗੁਣ ਤਾਸਾ। ਜਿਨੀ ਮੈਡਾ ਲਾਲ ਰਿਝਾਇਆ ਹਉ ਤਿਸ ਆਗੈ ਮਨ ਡੇਹੀਆ। ਨਾਨਕ ਕਹਿ ਸੁਨ ਬਿਨੋ ਸੁਹਾਗਣ ਮੂੰਹ 10 ਡਿਖਾ ਫਿਰ ਕੇਹੀਆ। ਕਹਿੰਦੇ ਸੰਗਤ ਅੰਦਰ ਬੈਠਦੇ ਹਨ, ਕਈ ਆਉਂਦੇ ਹਨ, ਕਈ ਜਲਦੀ ਚਲੇ ਜਾਂਦੇ ਹਨ, ਕਈ ਬੈਠ ਕੇ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਵਿਹਾਜ ਕੇ ਔਰ ਸਤਿਗੁਰੂ ਮਹਾਰਾਜ ਜੀਆਂ ਦੇ ਘਰੋਂ ਸਿੱਖੀ ਪ੍ਰੇਮ ਆਪਣੇ ਹਿਰਦੇ ਅੰਦਰ ਚਿੰਨ੍ਹ ਲਗਾਉਂਦੇ ਹਨ। ਸੰਗਤ ਪਿਤਾ ਨੇ ਦੀਨ ਥੋੜੀ ਕਛੂ ਆਵੇ ਤਾਹਾਂ। ਹੁਣ ਦੂਸਰੇ ਪਾਸੇ ਬਾਬੇ ਪ੍ਰਿਥੀਏ ਦੇ ਘਰ ਦਾ ਹਾਲ ਭਾਈ ਸਾਹਿਬ ਜੀ ਦੱਸ ਰਹੇ ਹਨ। ਕਹਿੰਦੇ ਦੂਸਰੇ ਪਾਸੇ ਵੀ ਸੰਗਤ ਆ ਰਹੀ ਹੈ, ਪਰ ਉਹ ਗੁਰੂ ਕੇ ਸ਼ਰੀਕ ਬਣ ਗਏ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਸ਼ਰੀਕ ਬਣ ਕੇ ਬੈਠ ਗਏ ਹਨ। ਦਸਤਾਰ ਤਾਂ ਪਾਤਸ਼ਾਹ ਜੀਆਂ ਨੇ ਜਿਸ ਵਕਤ ਭਾਈ ਗੁਰਦਾਸ ਸਾਹਿਬ ਜੀਆਂ ਨੇ ਦਿੱਤੀ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਪਰ ਬਖੇੜਾ ਖੜਾ ਕਰ ਲਿਆ ਵੀ ਵੱਡਾ ਮੈਂ ਹਾਂ, ਜੇਠਾ ਮੈਂ ਹਾਂ ਤੇ ਇਹਦਾ ਹੱਕ ਮੇਰਾ ਬਣਦਾ ਹੈ। ਪਰ ਇਸ ਘਰ ਦੇ ਅੰਦਰ ਹੱਕ ਨਹੀਂ, ਇਸ ਘਰ ਦੇ ਅੰਦਰ ਤਾਂ ਉਹਦੀ ਕਿਰਪਾ, ਉਹਦੀ ਦਇਆ ਦੀ ਆਸ ਰੱਖੀ ਜਾਂਦੀ ਹੈ। ਸੰਗਤ ਆਉਂਦੀ ਹੈ ਬਾਬੇ ਪ੍ਰਿਥੀਏ ਵੱਲ, ਪਰ ਥੋੜੀ ਆਉਂਦੀ ਹੈ। ਪ੍ਰਿਥੀਏ ਸੋ ਮਹਾਦੇਵ ਹੇਤ ਗੁਜਰਾਨ ਕੀ। ਇੰਨੀ ਕੁ ਹੈ ਕਿ ਭਾਈ ਰੋਜ਼ਾਨਾ ਸੋਹਣਾ ਗੁਜਰਾਨ ਸੋਹਣਾ ਹੋ ਰਿਹਾ ਹੈ ਉਹਨਾਂ ਦਾ। ਸਤਿਗੁਰੂ ਮਹਾਰਾਜ ਜੀਆਂ ਕੇ ਸੁਪੁੱਤਰਾਂ ਦੀ ਗੁਰੂ ਕੇ ਅੰਸ਼ ਵੰਸ਼ ਨੂੰ ਭਾਵਨਾ ਸਹਿਤ ਗੁਰੂ ਜੀ ਕੇ ਨਾਮ ਨੂੰ ਚੇਤੇ ਰੱਖਦਿਆਂ ਸੰਗਤਾਂ ਉਹਨਾਂ ਨੂੰ ਆਣ ਕਰਕੇ ਉਹਨਾਂ ਕੋਲ ਪੀਜਾ ਮੱਥਾ ਟੇਕਦੀਆਂ ਸਨ। ਕਿਉਂ? ਮੱਥਾ ਤਾਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਹੈ ਨਾ। ਨਮਸਕਾਰ ਤਾਂ ਸੰਗਤ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪੁੱਤਰ ਹਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਸੁਪੁੱਤਰ ਹਨ। ਪਰ ਪ੍ਰਿਥੀਏ ਸੋ ਮਹਾਦੇਵ ਉੱਥੇ ਸੰਗਤ ਆਉਂਦੀ ਆ ਹੇਤ ਗੁਜਰਾਨ ਕੋ ਗੁਜਰਾਨ ਵਾਸਤੇ। ਕਰਾਮਤ ਸਾਹਿਬ ਸੋ ਏਕ ਗੁਰੂ ਅਰਜਨ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਕਰਾਮਾਤਾਂ ਦੇ ਅੰਦਰ ਜਿਹੜੇ ਸਰਬ ਕਲਾ ਸਮਰੱਥ ਮੇਰੇ ਸਾਹਿਬ ਜੀ ਹਨ। ਤਾਂ ਸੋ ਦ્વੈਸ਼ ਠਾਨੇ ਨੇ ਸਾਕਈ ਪਛਾਨ ਕੈ। ਕਹਿੰਦੇ ਉਹਨਾਂ ਨਾਲ ਇਹ ਕੀ ਕਹਿੰਦੇ ਨੇ? ਉਹਨਾਂ ਨਾਲ ਇਹ ਦ્વੈਸ਼ ਠਾਣਦੇ ਹਨ, ਉਹਨਾਂ ਨਾਲ ਈਰਖਾ ਠਾਣਦੇ ਹਨ। ਜਦੋਂ ਪਾਵਨ ਬਾਣੀ ਵਿੱਚੋਂ ਸ਼ਬਦ ਪੜ੍ਹਨੇ ਹਾਂ 1200 ਅੰਗ ਤੇ ਮਹਾਰਾਜੀਆਂ ਦਾ ਬਚਨ ਧੰਨ ਗੁਰੂ ਰਾਮਦਾਸ ਮਹਾਰਾਜੀਆਂ ਨੇ ਸਮਝਾਇਆ ਸੀ ਬਾਬੇ ਪ੍ਰਿਥੀਏ ਨੂੰ ਕਿ ਆਪਣੇ ਪਿਤਾ ਦੇ ਨਾਲ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨ ਸਿਓ। ਝਗਰਤ ਪਾਪ ਪੁੱਤਰ ਕਿਉਂ ਲੜਦਾ ਹੈ? ਕਿਉਂ ਲੜਦਾ ਹੈ ਆਪਣੇ ਪਿਤਾ ਦੇ ਨਾਲ? ਭੱਟਾਂ ਨੇ ਆਪਣੇ ਜੋ ਸਵਈਏ ਅੰਕਿਤ ਕੀਤੇ ਉੱਥੇ ਵੀ ਇਹ ਬਚਨ ਚੱਲਿਆ। ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ, ਬਾਬੇ ਪ੍ਰਿਥੀਏ ਨੇ ਰੌਲਾ ਇਸ ਗੱਲ ਦਾ ਪਾਇਆ ਸੀ ਕਿ ਇਹਨਾਂ ਨੇ ਮਹਾਰਾਜੀਆਂ ਨੂੰ ਕੁਝ ਖਾਣੇ ਵਿੱਚ ਦੇ ਦਿੱਤਾ ਹੈ। ਭੱਟ ਸਾਹਿਬਾਨ ਲਿਖਦੇ ਨੇ, ਨਾ ਲੋਗੋ ਇਹ ਰੌਲਾ ਨਾ ਪਾਵੋ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਆਪ ਉਸ ਪਰਮੇਸ਼ਰ ਦੇ ਚਰਨੀ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ। ਰਹਸ ਕੀਓ ਸੁਰ ਦੇਵ ਤੋਏ ਜਸ ਜੈ ਜੈ ਜੰਪੈ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ। ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕਉ ਦੇ ਆਇਓ। ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆਸਣ ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕਉ ਦੇ ਆਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਉਹ ਬਖਸ਼ਿਸ਼ਾਂ ਨਵਾਜ ਕੇ ਗਏ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਉਹ ਨਿਰੰਜਨੀ ਛਤਰ ਦੇ ਕਰਕੇ ਗਏ ਹਨ। ਪਰ ਕਹਿੰਦੇ ਇਹਨਾਂ ਸਾਥ ਉਹ ਦ્વੈਸ਼ ਈਰਖਾ ਠਾਣ ਰਹੇ ਬਾਬਾ ਪ੍ਰੀਤੀਆ। ਹਿਰਦੇ ਦੀ ਅਗਨ, ਹਿਰਦੇ ਦੇ ਅੰਦਰ ਜਿਹੜੀ ਦ્વੈਸ਼ ਭਾਵਨਾ ਕਿਸੇ ਨਾਲ ਪਾਲ ਲਈ ਨਾ, ਬੰਦਾ ਉਹਦੇ ਅੰਦਰ ਆਪ ਹੀ ਆਪਣੇ ਹੱਥਾਂ ਵਿੱਚ ਜੇ ਕੋਈ ਕੋਲੇ ਰੱਖ ਲਵੇ ਤੇ ਸੋਚੇ ਵੀ ਇਹ ਕੋਲੇ ਹੱਥਾਂ ਵਿੱਚ ਮੇਰੇ ਨੇ ਦੂਸਰਾ ਸੜੇਗਾ। ਭਾਈ ਜਿਹਦੇ ਹਿਰਦੇ ਦੇ ਅੰਦਰ ਦ્વੈਸ਼ ਅਗਨ ਹੈ ਨਾ, ਉਹ ਆਪਣਾ ਨੁਕਸਾਨ ਕਰਾਏਗਾ। ਉਹਦਾ ਆਪਣਾ ਹੈ। ਜੇ ਕ੍ਰੋਧ ਉਹਨੇ ਅੰਦਰ ਪਾਲ ਲਿਆ ਤੇ ਉਸੇ ਕ੍ਰੋਧ ਦੇ ਸਹਿਤ ਉਹ ਆਪ ਹੀ ਤਾਂ ਹਿਰਦੇ ਅੰਦਰ ਸੜ ਰਿਹਾ ਹੈ। ਦਰਬ ਉਦਾਰਿਆ ਵੇ ਚੱਲਿਓ ਦਿਸ਼ ਚਾਰੋਂ ਤੇ। ਚਾਰ ਦਿਸ਼ਾਵਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਧਨ ਆਪਣੇ ਆਪ ਹੀ ਲਗਾ ਤੁਰਿਆ ਆਉਂਦਾ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਮਾਵਾਕ ਅਨੁਸਾਰ। ਗੁਰਦੇਵ ਜੀਆਂ ਦੇ ਖਜ਼ਾਨਿਆਂ ਅੰਦਰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ। ਅਨਕ ਪਦਾਰਥ ਅਨੂਠੇ ਗਤ ਦਾਨ ਕੇ। ਔਰ ਨਾਨਾ ਪ੍ਰਕਾਰ ਦੇ ਅਨੂਠੇ ਪਦਾਰਥ ਵੀ ਸਾਹਿਬ ਦੇ ਘਰ ਅੰਦਰ ਆਉਂਦੇ ਹਨ। ਜਰੀ ਹੂੰ ਨਾ ਜਾਏ ਜਰ ਜਾਏ ਦੁੱਖ ਪਾਏ ਕਰ। ਪਰ ਕਹਿੰਦੇ ਇਹ ਜਿਹੜੀ ਹੈ ਅੰਦਰ ਇਹ ਜਰਿਆ ਨਹੀਂ ਜਾ ਰਿਹਾ। ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ, ਬੰਦਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ, ਕਿਸੇ ਦੇ ਸੁੱਖਾਂ ਤੋਂ ਹੀ ਦੁਖੀ ਹੋਇਆ ਬੈਠਾ ਹੈ।
ਤਾਂ ਹੀ ਬਾਬਾ ਫਰੀਦ ਸਾਹਿਬ ਬਚਨ ਕਰਦੇ ਨੇ, ਫਰੀਦਾ ਰੁੱਖੀ ਮਿੱਸੀ ਖਾਏ ਕਾ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੋ। ਸੱਜਣਾ, ਕਿਉਂ ਕਿਸੇ ਦੀਆਂ ਚੋਪੜੀਆਂ ਵੇਖ ਕਰਕੇ ਤੇਰਾ ਆਪਣਾ ਅੰਦਰ ਡੋਲਦਾ ਹੈ। ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰ ਜੋ ਸਾਹਿਬ ਨੇ ਤੇਰੇ ਝੋਲੀ ਵਿੱਚ ਪਾਇਆ ਹੈ, ਜੋ ਸਾਹਿਬ ਨੇ ਤੇਰੇ ਬੁੱਕ ਅੰਦਰ, ਜੋ ਸਾਹਿਬ ਨੇ ਦਾਤ ਤੈਨੂੰ ਦਿੱਤੀ ਹੈ ਭਾਈ, ਤੂੰ ਪਰਮੇਸ਼ਰ ਦੇ ਗੁਣ ਗਾ। ਕਿਉਂ ਕਿਸੇ ਵੱਲ ਵੇਖ ਕਰਕੇ ਆਪਣੇ ਅੰਦਰ ਦੇ ਭਾਵ ਦਵੈਸ਼ ਵਿੱਚ ਸੜਦਾ ਹੈ। ਜਰੀ ਹੂ ਨਾ ਜਾਏ ਭਾਵ ਇਹਨਾਂ ਤੋਂ ਸਾਹਿਬ ਜੀ ਦੀ ਵਡਿਆਈ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਵਡਿਆਈ ਤਿਨਾਂ ਪਾਸੋਂ ਜਰੀ ਨਾ ਜਾਏ। ਹੋਤੋ ਲਗੋ ਪ੍ਰਾਤ ਪਇਓ ਐਸ਼ਵਰਜ ਮਹਾਨ ਕੀ। ਕਹਿੰਦੇ ਸੋਚਦੇ ਨੇ ਵੀ ਇਹ ਛੋਟੇ ਭਰਾਤਾ ਦੇ ਘਰ ਦੇ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਅਸ਼ਚਵਰਜ ਦੇ ਭਾਵ, ਇਹਨਾਂ ਨੂੰ ਸੁਖਾਂ ਦੇ ਗੁਰਤਾ ਗੱਦੀ ਨੂੰ ਇਹਨਾਂ ਨੇ ਸੁਖਾਂ ਦੇ ਸਾਧਨ ਬਣਾਇਆ। ਪਰ ਗੁਰਮੁਖੋ, ਇਹ ਤਾਂ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜਾਣਦੇ ਨੇ ਕਿ ਜਿਹੜੇ ਅੱਜ ਗੁਰਤਾ ਗੱਦੀਆਂ ਦੇ ਉੱਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਸ਼ੋਭਿਤ ਨੇ, ਜਿੱਦਣ ਲਾਹੌਰ ਜਾ ਕੇ ਬਹਿਣਾ ਹੈ ਉਦਣ ਵੀ ਇਸੇ ਖੁਸ਼ੀ ਔਰ ਇਸੇ ਰੌਂ ਦੇ ਵਿੱਚ ਪਾਤਸ਼ਾਹ ਜੀ ਨੇ ਜਾ ਕੇ ਬੈਠ ਜਾਣਾ ਹੈ। ਜੇ ਅੱਜ ਇਹਨਾਂ ਨੂੰ ਸੁਖ ਦੇ ਸਾਧਨ ਕਿਸੇ ਨੂੰ ਲੱਗਦੇ ਨੇ ਵੀ ਹਾਂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਨਾਨਾ ਪ੍ਰਕਾਰ ਦੇ ਪਦਾਰਥ ਨੇ, ਜਿੱਦਣ ਲਾਹੌਰ ਜਾ ਕੇ ਦੁਸ਼ਟਾਂ ਦਾ ਸਾਹਮਣਾ ਕਰਨਾ ਉਹ ਵੀ ਹਿਰਦਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਹੀ ਹੈ। ਉਹ ਹਿਰਦਾ ਹੋਰ ਕਿਸੇ ਦੇ ਕੋਲ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਬਾਬਤ ਇਹ ਵਿਚਾਰਦੇ ਹਨ, ਕਹਿੰਦੇ ਇਹਨਾਂ ਦੇ ਘਰ ਤਾਂ ਸੁਖਾਂ ਦੇ ਅਚਰਜ ਦੇ ਸਾਧਨ ਹਨ। ਕਉ ਦਿਨ ਬੀਤ ਗਏ ਗਾਦੀ ਗੁਰ ਤਾਕਿ ਲੀਏ। ਮਹਾਰਾਜ ਜੀਆਂ ਦੇ ਪਾਸ ਸਤਿਗੁਰੂ ਮਹਾਰਾਜ ਜੀਆਂ ਦੇ ਆਸਣਾ ਉੱਪਰ ਬੈਠਿਆਂ ਗੁਰਮੁਖੋ ਕਈ ਦਿਨ ਬਤੀਤ, ਕੁਝ ਕੁ ਹਫ਼ਤੇ ਬਤੀਤ ਹੋਏ ਹਨ। ਮੇਲਾ ਤਬ ਆਇਓ ਮਹਾ ਮੇਖ ਸਕਰਾਂਤ ਕੋ। ਔਰ ਕਹਿੰਦੇ ਉਹਨਾਂ ਦਿਨਾਂ ਦੇ ਅੰਦਰ ਹੀ ਵਿਸਾਖੀ ਦਾ ਪੁਰਬ ਉਹਨਾਂ ਦਿਨਾਂ ਦੇ ਅੰਦਰ ਆਇਆ। ਆਪ ਜੀਆਂ ਨੂੰ ਗਿਆਤ ਹੋਵੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਦਣ ਜਗਤ ਜਲੰਦੇ ਨੂੰ ਤਾਰਨ ਵਾਸਤੇ ਤੁਰੇ ਨੇ, ਉਸ ਦਿਨ ਵੀ ਵਿਸਾਖੀ ਸੀ। ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਿੱਦਣ ਪਾਤਸ਼ਾਹ ਜੀ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਉਸ ਦਿਨ ਵਿਸਾਖੀ ਸੀ। ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਭਾਈ ਪਾਰੋ ਪਰਮਹੰਸ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਜੀਆਂ ਦੇ ਘਰ, ਉਸ ਦਿਨ ਤੋਂ ਬਾਅਦ ਫਿਰ ਵਿਸਾਖੀ ਦੇ ਸਮੇਂ ਵੱਡਾ ਜੋੜ ਮੇਲ ਹੋਣ ਲੱਗ ਗਿਆ ਮਹਾਰਾਜ ਜੀਆਂ ਦੇ ਅਸਥਾਨਾਂ ਤੇ। ਔਰ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹਨਾਂ ਦਿਨਾਂ ਦੇ ਅੰਦਰ ਪਾਤਸ਼ਾਹ ਜੀਆਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆਸਨਾਂ ਤੇ ਸੁਸ਼ੋਭਿਤ ਹੋਇਆ। ਕੁਝ ਇੱਕ ਹਫ਼ਤੇ ਹੋਏ ਸਨ। ਇਹਨਾਂ ਦਿਨਾਂ ਦੇ ਅੰਦਰ ਹੀ ਵਿਸਾਖੀ ਦਾ ਜੋੜ ਮੇਲ, ਵਿਸਾਖੀ ਦਾ ਪੁਰਬ ਆਇਆ। ਮਿਲੀ ਦੂਰ ਦੂਰੋਂ ਤੇ ਸੰਗਤ ਹਜ਼ੂਰ ਗਨ। ਔਰ ਸਤਿਗੁਰੂ ਜੀ ਦੇ ਹਜ਼ੂਰ ਦੂਰ ਦਰਾਡੇ ਤੋਂ ਵੱਖ-ਵੱਖ ਥਾਵਾਂ ਤੋਂ ਸੰਗਤਾਂ ਪਹੁੰਚੀਆਂ। ਪੂਰਨ ਪਦਾਰਥ ਦਰਬ ਪੂਰ ਪਾਤ ਕੋ। ਔਰ ਨਾਨਾ ਪ੍ਰਕਾਰ ਦੇ ਪਦਾਰਥ ਗੁਰਦੇਵ ਜੀ ਦੇ ਹਜ਼ੂਰ ਲੈ ਕਰਕੇ ਪਹੁੰਚੇ। ਬੈਠੇ ਗੁਰੂ ਅਰਜਨ ਹੀਰ ਕਰੈ ਅਰਜ਼ਨ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਏ ਹੋਏ ਸਿੱਖਾਂ ਦੀਆਂ ਅਰਜ਼ੀਆਂ ਸੁਣਦੇ ਨੇ। ਮਹਾਰਾਜ ਜੀਆਂ ਦੇ ਹਜ਼ੂਰ ਆਣ ਕੇ ਸੰਗਤਾਂ ਅਰਜ਼ੋਈਆਂ ਕਰਦੀਆਂ ਹਨ। ਸਖਾ ਅਰਜਨ ਕੇ ਸਰੂਪ ਸੁਖ ਦਾਤ ਕੋ। ਔਰ ਗੁਰਦੇਵ ਮਹਾਰਾਜ ਜੀਆਂ ਦੇ ਸਵਰੂਪ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਵਰੂਪ ਨੂੰ ਦੀਦਾਰ ਕਰਕੇ ਸੁਖ ਮਾਣਦੀਆਂ ਹਨ। ਪੇਟ ਤਰੇ ਆਏ ਆਏ ਜਾਚੇ ਚਿੱਤ ਚਾਏ ਚਾਏ। ਪੇਟ ਤਰ੍ਹਾਂ ਆਏ ਆਏ ਕਹਿੰਦੇ ਆ ਕੇ ਭੇਟਾ ਧਰ ਕੇ ਗੁਰਦੇਵ ਮਹਾਰਾਜ ਜੀਆਂ ਦੇ ਚਰਨੀ ਕੋਈ ਬੇਨਤੀ ਕਰਦਾ ਹੈ। ਚਾਰ ਪਦਾਰਥ ਜੇਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਮਾਵੈ। ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ।
ਕੋਈ ਭੇਟਾਵਾਂ ਰੱਖ ਰਿਹਾ। ਕਿਸੇ ਨੇ ਕਿਹਾ ਮਹਾਰਾਜ 4 ਪਦਾਰਥਾਂ ਦੀ ਲੋੜ, ਕਿਸੇ ਨੇ ਕੋਈ ਆਣ ਕੇ ਮੰਗ ਕੀਤੀ ਮਹਾਰਾਜ ਜੀਆਂ ਦੇ ਹਜ਼ੂਰ। ਤੇ ਗੁਰਦੇਵ ਜੀ ਵੀ ਤਾਂ ਬਚਨ ਕਰਦੇ ਨੇ 5ਵੇਂ ਪਾਤਸ਼ਾਹ ਮਹਾਰਾਜ, ਪਾਛੰ ਕਰੂਤ ਅਗਰ ਨਿਵੈ ਨਿਰਾਸੰ ਆਸ ਪੂਰਨੈ ਨਿਰਭਯੰ ਧਨ ਧਨਵੰਤੈ ਰੋਗੀਆਂ ਰੋਗ ਖੰਡਨੈ ਭਗਤਿੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ। ਮਹਾਰਾਜ ਕਹਿੰਦੇ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਤੇ ਕਿਹੜੀ ਸ਼ੈ ਹੈ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਹੀਂ ਲੱਭਦੀ ਗੁਰਮੁਖੋ? ਨਾਨਕ ਗੁਰ ਸੇਵਾ, ਗੁਰੂ ਦੀ ਸੇਵਾ ਵਿੱਚੋਂ ਕਿੰਗ ਨਾ ਲੱਭੇ। ਤੇ ਕਿਹੜੀ ਸ਼ੈ ਹੈ? ਮਹਾਰਾਜ ਜੀ ਨੇ ਤਾਂ ਇੱਕੋ ਪੰਕਤੀ ਵਿੱਚ ਸਾਰੀ ਗੱਲ ਕਹਿ ਦਿੱਤੀ। ਕਿਹੜੀ ਸ਼ੈ ਕਿੰਗ ਨਾ ਲੱਭੇ, ਤੇ ਕਿਹੜੀ ਸ਼ੈ ਹੈ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਸੀਬ ਨਹੀਂ ਹੁੰਦੀ? ਆਣ ਕੇ ਭੇਟਾ ਧਰ ਕੇ ਸਾਹਿਬ ਦੇ ਘਰੋਂ ਜਾਚਨਾ ਕਰਦੇ ਹਨ। ਪਾਏ ਪਾਏ ਬਰ ਕੋ ਹਰਖ ਪਰ ਜਾਤ ਕੋ। ਔਰ ਗੁਰਦੇਵ ਜੀਆਂ ਦੇ ਘਰੋਂ ਵਰ ਲੈ ਕੇ ਹਰਖ ਸਹਿਤ ਆਨੰਦ ਹੁੰਦੇ ਹਨ। ਆਇਓ ਸਿੱਖ ਇੱਕ ਬਾਰ ਜੇਵਰ ਕੋ ਲਿਆਇਓ ਤਰਿਓ। ਇੱਕ ਗੁਰੂ ਕਾ ਸਿੱਖ ਆਇਆ ਮਹਾਰਾਜ ਜੀਆਂ ਦੇ ਘਰ, ਬੜਾ ਸੁੰਦਰ ਜ਼ੇਵਰ ਲੈ ਕੇ ਆਇਆ, ਗਹਿਣਾ ਬੜਾ ਸੋਹਣਾ ਕਢਾਇਆ ਉਹਨੇ ਸਾਹਿਬ ਦੇ ਘਰ ਲਈ। ਗੁਰਦੇਵ ਜੀਆਂ ਕੇ ਹਜ਼ੂਰ ਉਹ ਭੇਟਾ ਲੈ ਕੇ ਆਇਆ। ਤੇਵਰ ਮਨੋਹਰ ਚੜਾਇਓ ਹੱਥ ਬੰਦ ਕੇ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਉਹ ਲਿਆ ਕਰਕੇ ਭੇਟਾ ਗੁਰੂ ਕੇ ਹਜ਼ੂਰ ਉਹਨੇ ਉਹ ਭੇਟਾ ਮਹਾਰਾਜ ਜੀਆਂ ਦੇ ਭੇਟ ਕੀਤੀ ਹੈ। ਬੇਨਤੀ ਸੁਨਾਈ ਦਿਓ ਮੰਦਰ ਪਹੁੰਚਾਈ ਏਓ। ਔਰ ਨਾਲ ਹੀ ਇਹ ਬੇਨਤੀ ਕੀਤੀ ਮਹਾਰਾਜ ਜਿਹੜਾ ਇਹ ਮੈਂ ਜ਼ੇਵਰ ਲੈ ਕੇ ਆਇਆ ਗੁਰਦੇਵ ਜੀ ਹਜ਼ੂਰ, ਪਾਤਸ਼ਾਹ ਜਿਹੜੀ ਇਹ ਮੇਰੀ ਭੇਟਾ ਮਹਿਲਾ ਅੰਦਰ ਪਹੁੰਚਾ ਦੇਵੋ। ਸਤਿਕਾਰਯੋਗ ਮਾਤਾ ਜੀ ਦੇ ਵਾਸਤੇ ਮੈਂ ਇਹ ਭੇਟਾ ਲੈ ਕੇ ਆਇਆ ਹਾਂ। ਭਾਵਨਾ ਪੂਰੇ ਹੋ ਮੇਰੀ ਦਾਨੀ ਹੋ ਆਨੰਦ ਕੇ। ਮਹਾਰਾਜ ਮੇਰੀ ਇਹ ਭਾਵਨਾ ਹੈ, ਜੇ ਮਾਤਾ ਜੀ ਇਹ ਪਹਿਨ ਲੈਣ ਤਾਂ ਮੇਰੀ ਅੰਦਰ ਦੀ ਮੇਰੀ ਤੀਬਰ ਇੱਛਾ ਹੈ। ਸਤਿਗੁਰੂ ਕਿਰਪਾ ਕਰੋ, ਮੇਰੀ ਭਾਵਨੀ ਪੂਰੀ ਕਰੋ। ਕਹਿਓ ਮਾਨ ਦਾਸ ਕੋ ਪਠਾਇਓ ਸੋ ਆਵਾਸ ਕੋ। ਮਹਾਰਾਜ ਜੀਆਂ ਦੇ ਬਚਨਾਂ ਤੇ ਸਿੱਖ ਦੀ ਬੇਨਤੀ ਤੇ ਗੁਰਦੇਵ ਜੀਆਂ ਨੇ ਦਾਸ ਨੂੰ ਭੇਜ ਦਿੱਤਾ। ਬਿਲੋਕਿਓ ਛਬ ਰਾਸ ਕੋ ਜੋ ਮੋਲ ਧਨ ਬ੍ਰਿੰਦ ਕੇ। ਔਰ ਤੱਕਿਆ ਕਿ ਉਹ ਬੜਾ ਬੇਸ਼ਕੀਮਤੀ, ਬੜਾ ਧਨ ਦਾ ਬਣਿਆ ਹੋਇਆ। ਗੰਗਾ ਹਰ ਖਾਈ ਅੰਗ ਪਹਿਰੇ ਸੁਹਾਈ ਬੋ। ਸਤਿਕਾਰਯੋਗ ਮਾਤ ਗੰਗਾ ਜੀ ਦੇ ਕੋਲੋਂ ਭੇਟਾ ਆਈ। ਗੁਰਦੇਵ ਮਹਾਰਾਜ ਜੀਆਂ ਦੇ ਹੁਕਮਾਂ ਤੇ ਮਾਤ ਗੰਗਾ ਜੀਆਂ ਨੇ ਉਹ ਪ੍ਰਵਾਨ ਕੀਤਾ। ਪਹਿਣ ਕਰਕੇ ਮਾਤ ਗੰਗਾ ਜੀ ਬੜੇ ਪ੍ਰਸੰਨ ਹੋਏ ਹਨ। ਵਿਦੇਸ਼ ਤੋਂ ਗੁਰੂ ਕਾ ਸਿੱਖ ਭਾਵਨਾ ਸਹਿਤ ਮਹਾਰਾਜ ਜੀਆਂ ਦੇ ਕੋਲ ਪਹੁੰਚਿਆ ਔਰ ਉਹਨੇ ਆਣ ਕਰਕੇ ਭੇਟਾ ਗੁਰੂ ਕੇ ਹਜ਼ੂਰ ਕੀਤੀ ਔਰ ਨਾਲ ਅਰਦਾਸ ਇਹ ਕੀਤੀ ਮਹਾਰਾਜ ਜੀ ਸਤਿਕਾਰਯੋਗ ਮਾਤਾ ਜੀ ਇਹ ਪ੍ਰਵਾਨ ਕਰ ਲੈਣ। ਮਾਤ ਗੰਗਾ ਜੀ ਦੇ ਕੋਲ ਉਹ ਭੇਟਾ ਪਹੁੰਚੀ। ਮਾਤ ਗੰਗਾ ਜੀਆਂ ਨੇ ਉਹ ਜ਼ੇਵਰ ਊਖਣ ਲੈ ਕੇ ਮਾਤ ਗੰਗਾ ਜੀ ਪ੍ਰਸੰਨ ਹੋਏ। ਗੁਰ ਤਾ ਬੜਾਈ ਜਾਨ ਕੰਤੇ ਬਿਲੰਦ ਕੇ। ਔਰ ਵਿਚਾਰ ਰਹੇ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸ਼ੁਕਰਾਨੇ ਵਿੱਚ ਜੁੜ ਗਏ ਮਾਤ ਗੰਗਾ ਜੀ। ਮਾਤਾ ਗੰਗਾ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸ਼ੁਕਰਾਨੇ ਵਿੱਚ ਜੁੜ ਕੇ ਜਿਹੜੀ ਸੇਵਾ ਇਹ ਮਿਲੀ ਹੈ ਗੁਰਤਾ ਗੱਦੀ ਦੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੰਤ ਸੁਆਮੀ ਨੂੰ ਜਿਹੜੀ ਇਹ ਸੇਵਾ ਮਿਲੀ। ਸਵਈਆ ਸੰਗਤ ਬ੍ਰਿੰਦ ਬੇਦਾਕਾਰ ਦੀਨ ਦੀਏ ਸਿਰ ਪਾਉ ਜਥੋ ਚਿਤ ਜਾਣੇ। ਹੁਣ ਜਿਵੇਂ ਸੰਗਤਾਂ ਪੁਰਬ ਸਮਾਪਤ ਹੋਇਆ ਵਿਸਾਖੀ ਦਾ, ਸਤਿਗੁਰੂ ਮਹਾਰਾਜ ਜੀਆਂ ਦੇ ਕੋਲੋਂ ਸੰਗਤਾਂ ਹੱਥ ਜੋੜ ਕਰਕੇ ਵਧਾਈਗੀ ਲੈ ਰਹੀਆਂ ਹਨ ਔਰ ਗੁਰਦੇਵ ਮਹਾਰਾਜ ਜੀਓ ਕੇ ਹਜੂਰ ਸੰਗਤਾਂ ਜਾਣ ਤੋਂ ਪਹਿਲਾਂ ਮਹਾਰਾਜ ਜੀਓ ਕੇ ਹਜੂਰ ਆਣ ਕੇ ਬੇਨਤੀ ਕਰਦੀਆਂ ਹਨ, ਮਹਾਰਾਜ ਕਿਰਪਾ ਕਰੋ, ਵਧਾਈਗੀਆਂ ਬਖਸ਼ੋ ਔਰ ਪਾਤਸ਼ਾਹ ਅਸੀਸ ਦਿਓ, ਦੁਬਾਰਾ ਫਿਰ ਇਸੇ ਤਰ੍ਹਾਂ ਜੋੜ ਮੇਲ ਦੇ ਅੰਦਰ ਅਸੀਂ ਆਈਏ। ਪ੍ਰਾਤਨ ਇਹ ਮਰਿਆਦਾ ਸੀ ਗੁਰੂ ਕੇ ਸਿੱਖ ਜੇ ਕਿਸੇ ਸਥਾਨ ਤੇ ਜਾਣਾ ਪਹਿਲਾਂ ਗੁਰੂ ਕੇ ਹਜੂਰ ਜਾ ਕੇ ਹਾਜ਼ਰੀ ਲਗਾਉਣੀ। ਅੱਜ ਵੀ ਭਾਵਨਾ ਵਾਲੇ ਗੁਰੂ ਕੇ ਸਿੱਖ ਜਦੋਂ ਕਿਸੇ ਸਥਾਨ ਤੋਂ ਤੀਰਥ ਯਾਤਰਾ ਤੋਂ ਵਾਪਸ ਆਉਣ ਲੱਗਿਆ ਫਿਰ ਦੇਗ ਕਰਵਾ ਕੇ ਅਰਦਾਸ ਬੇਨਤੀ ਜੋਦੜੀ ਕਰਕੇ ਸਾਹਿਬ ਜੀ ਜਾਣ ਲੱਗੇ ਹਾਂ ਵਧਾਈਗੀ ਬਖਸ਼ੋ ਮਹਾਰਾਜ।
ਅਸੀਸ ਦੇ ਇਸੇ ਤਰ੍ਹਾਂ ਸੰਗਤਾਂ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ। ਵਿਸਾਖੀ ਦੇ ਜੋੜ ਮੇਲ ਸੰਪੰਨ ਹੋਏ। ਸੰਗਤਾਂ ਵਾਪਸ ਆਉਣ ਲੱਗੀਆਂ। ਫਿਰ ਗੁਰਦੇਵ ਜੀ ਦੇ ਕੋਲ ਜਾ ਕੇ ਵਿਦਾਇਗੀ ਲਈ। ਮਹਾਰਾਜ ਜੀਆਂ ਨੇ ਉਸ ਵਕਤ ਸੰਗਤਾਂ ਨੂੰ ਸਿਰੋਂ ਪਾਓ ਮਹਾਰਾਜ ਜੀ ਦੇ ਰਹੇ ਹਨ। ਕੀਤਕ ਪੈ ਬੋਹ ਕੀਨ ਖੁਸ਼ੀ ਤਨ ਪੂਤਨ ਕੇ ਜੋ ਮਨੋਰਥ ਠਾਨੇ। ਔਰ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜਿਸ ਕਿਸੇ ਦੀ ਕੋਈ ਚਾਹਨਾ ਸੀ, ਮਹਾਰਾਜ ਜੀਆਂ ਦੇ ਘਰ ਦੇ ਅੰਦਰ ਮਹਾਰਾਜ ਜੀਆਂ ਨੇ ਉਹਨਾਂ ਦੇ ਉਹ ਮਨੋਰਥ ਪੂਰਨ ਕੀਤੇ। ਮਹਾਰਾਜ ਜੀਆਂ ਦੇ ਕੋਲ ਜਿਸ ਵੀ ਕਿਸੇ ਨੇ ਕੋਈ ਭਾਵਨਾ ਸਹਿਤ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਗੁਰਦੇਵ ਇਹ ਮੇਰਾ ਮਨੋਰਥ ਹੈ, ਮਹਾਰਾਜ ਉਹਦਾ ਉਹ ਮਨੋਰਥ ਪੂਰਨ ਕਰਦੇ ਹਨ। ਧਨ ਵਾਲੇ ਦੇ ਧਨ ਦੀ ਬੇਨਤੀ, ਪੁੱਤਰ ਜੇ ਕਿਸੇ ਨੂੰ ਸੰਤਾਨ ਪ੍ਰਾਪਤੀ ਦੀ ਅਰਦਾਸ ਬਿਨਾਂ ਜੋੜ ਦੀ ਕੀਤੀ, ਮਹਾਰਾਜ ਜੀਆਂ ਨੇ ਉਹਦੀ ਉਹ ਬੇਨਤੀਆਂ ਨੂੰ ਭਾਗ ਲਾਏ। ਸ਼੍ਰੀ ਗੁਰ ਅੰਤ ਸਹਾਇਕ ਹੋਵੋ ਕੀਤਕ ਨੇ ਇਹ ਪਾਂਤ ਬਖਾਨੇ। ਔਰ ਕਈਆਂ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਵਸਤੂ ਦੀ ਲੋੜ ਨਹੀਂ, ਧਨ ਪਦਾਰਥ ਆਪ ਜੀ ਦਾ ਦਿੱਤਾ ਹੋਇਆ ਹੈ, ਸਾਰੇ ਸਰਬ ਪਦਾਰਥ ਮਹਾਰਾਜ ਕੋਲ ਹਨ, ਮਹਾਰਾਜ ਇੱਕ ਕਿਰਪਾ ਕਰੋ, ਅੰਤਮ ਸਮੇਂ ਤੁਸੀਂ ਸਹਾਈ ਹੋਵੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜਦੋਂ ਅੰਤਮ ਸਮਾਂ ਹੋਵੇ ਉਦੋਂ ਤੁਸੀਂ ਸਹਾਈ ਹੋਵੋ। ਗੁਰਦੇਵ ਇਹ ਸਾਡੀ ਜਾਚਨਾ ਹੈ, ਇਹ ਸਾਡੀ ਬੇਨਤੀ ਹੈ। ਕੀਤਕ ਕੋ ਸਤ ਨਾਮ ਲਗਾਇਓ ਕੀਤਕ ਗਿਆਨ ਤੇ ਕੀਨ ਮਾਨੇ। ਕਈਆਂ ਨੂੰ ਮਹਾਰਾਜ ਜੀਆਂ ਨੇ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਕੀਤਕ ਕੋ ਸਤਨਾਮ ਲਗਾਇਓ, ਕਈਆਂ ਨੂੰ ਪਾਤਸ਼ਾਹ ਜੀਆਂ ਨੇ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ। ਕਈਆਂ ਨੇ ਭਾਈ ਗਿਆਨ ਦੀ ਮੰਗ ਕੀਤੀ, ਮਹਾਰਾਜ ਜੀਆਂ ਦੇ ਕਰੋ, ਉਹ ਵੀ ਪ੍ਰਾਪਤੀ ਹੋਈ। ਐਸਾ ਨਹੀਂ ਹੈ ਕਿ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਬਾਕੀ ਪਦਾਰਥਾਂ ਦੀ ਪ੍ਰਾਪਤੀ ਨਹੀਂ। ਜਿਵੇਂ ਪਹਿਲਾਂ ਬੇਨਤੀ ਕੀਤੀ, ਸਤਿਗੁਰ ਜੀ ਦੇ ਘਰ ਦੇ ਅੰਦਰ ਜਿਸ ਜਿਸ ਕਿਸੇ ਦਾ ਆਪੋ ਆਪਣਾ ਹਿਰਦਾ ਸੀ, ਮਹਾਰਾਜ ਜੀਆਂ ਨੇ ਉਹਦੀ ਭਾਵਨੀ ਨੂੰ ਪੂਰਿਆ ਕੀਤਾ। ਜਿਸ ਦਾ ਵੀ ਕੋਈ ਆਪਣਾ ਹਿਰਦਾ ਸੀ, ਜੈਸਾ ਜਿਵੇਂ ਸੌਖੇ ਸ਼ਬਦਾਂ ਵਿੱਚ ਕਹਿ ਦਈਏ, ਜੈਸਾ ਕੋਈ ਅੰਦਰ ਬਣਾ ਕੇ ਭਾਵਨਾ ਲੈ ਕੇ ਆਇਆ, ਮਹਾਰਾਜ ਜੀਆਂ ਨੇ ਉਹ ਫਲ ਗੁਰਦੇਵ ਜੀਆਂ ਨੇ ਝੋਲੀ ਦੇ ਹਜੂਰ ਪਾਤਸ਼ਾਹ ਦੇ ਦਿੱਤਾ। ਜਿਸ ਕਿਸੇ ਨੇ ਜਿਵੇਂ ਬਿਨਾਂ ਬੇਨਤੀ ਕੀਤੀ, ਮਹਾਰਾਜ ਉਹਦੀਆਂ ਉਹ ਮਨੋਰਥ ਪੂਰਨ ਕਰਦੇ ਹਨ। ਪਾਤ ਅਨੇਕਨ ਕੇਰ ਮਨੋਰਥ ਸਿੱਖਨ ਕੇ ਸਭ ਪੂਰਨ ਕੀਨੇ। ਔਰ ਨਾਨਾ ਪ੍ਰਕਾਰ ਦੇ ਭਾਂਤ ਅਨੇਕਨ ਕੇ ਮਨੋਰਥ, ਉਹਨਾਂ ਦੇ ਮਨੋਰਥ ਗੁਰਦੇਵ ਮਹਾਰਾਜ ਪੂਰਨ ਕਰਦੇ ਹਨ। ਜਾਤ ਪਾਏ ਨਿਜ ਤਾਮਨ ਕੋ ਅਬਿਰਾਮ ਕਏ ਜਸ ਕੋ ਰਸ ਪੀਨੇ। ਔਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰੋਂ ਵਿਦਾਇਗੀ ਲੈ ਕੇ ਹੁਣ ਆਪੋ ਆਪਣੇ ਘਰਾਂ ਨੂੰ ਗੁਰੂ ਕੇ ਸਿੱਖ ਜਾਣ ਲੱਗੇ ਹਨ। ਸੁੰਦਰ ਰੂਪ ਸੁਸ਼ੀਲ ਮਹਾ ਬਰ ਦੇਤ ਉਦਾਰ ਸਮਾਨ ਨਾ ਚੀਨੇ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁੰਦਰ ਸਵਰੂਪ ਵਾਲੇ, ਵੱਡੇ ਦਾਨ ਦੇ ਕਰਕੇ, ਵੱਡੇ ਵਰ ਦੇ ਕਰਕੇ ਮਹਾਰਾਜ ਝੋਲੀਆਂ ਨਵਾਜਣ ਵਾਲੇ। ਸ਼੍ਰੀ ਗੁਰ ਨੰਦ ਬਿਲੰਦ ਗੁਣੋ ਕਰ ਰੂਪ ਮੁਕੰਦ ਅਭੈ ਬਾਰ ਦੀਨੇ। ਔਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ, ਜਿਹੜੇ ਗੁਣਾਂ ਦੇ ਅੰਦਰ ਵੱਡੇ ਹਨ, ਸੁੰਦਰ ਸਵਰੂਪ ਵਾਲੇ, ਨਿਰਭੈ ਦੀ ਪਦਵੀ ਬਖਸ਼ਣ ਵਾਲੇ, ਉਹ ਵੀ ਪਦਵੀ ਬਖਸ਼ ਦਿੰਦੇ ਹਨ। ਫਿਰ ਗਏ ਗੁਰ ਮੰਦਰ ਕੋ ਪਿਕ ਗੰਗ ਓਟੀ ਔਰ ਮੈਂ ਹਰ ਖਾਈ। ਸਾਹਿਬ ਜੀ ਫਿਰ ਆਰਾਮ ਕਰਨ ਹਿਤ ਆਪਣੇ ਮਹਿਲਾਂ ਵਿੱਚ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਹੁੰਚੇ ਹਨ। ਸਤਿਕਾਰਯੋਗ ਮਾਤ ਗੰਗਾ ਸਤਿਕਾਰ ਵਿੱਚ ਉੱਠੇ ਹਨ। ਤੇਵਰ ਜ਼ੇਵਰ ਕੀ ਸਭ ਬਾਤ ਸੋ ਪੁੱਛਤ ਪੀ ਕਿਤ ਭੇਟ ਜੋ ਆਈ। ਤੇ ਜੋ ਭੇਟਾ ਜ਼ੇਵਰ ਸੇਵਕ ਅੱਜ ਘਰ ਵਿਖੇ ਗ੍ਰਹਿ ਵਿਖੇ ਦੇ ਕਰਕੇ ਗਿਆ, ਮਾਤ ਗੰਗਾ ਸਹਿ ਸੁਭਾਕ ਪੁੱਛਦੇ ਨੇ ਵੀ ਕਿਹੜੇ ਦੇਸ਼ ਤੋਂ ਆਇਆ ਹੈ ਜੇਵਰ,
ਕਿਹੜੀ ਥਾਂ ਦੀ ਸੰਗਤ ਜਿਹੜੀ ਇਹ ਭੇਟਾ ਲੈ ਕੇ ਆਈ ਹੈ, ਬੜਾ ਸੁੰਦਰ ਇਹ ਬਣਿਆ ਹੋਇਆ ਹੈ। ਕਿੱਥੋਂ ਦੀ ਸੰਗਤ ਆਈ, ਕਿਹੜੇ ਮੁਲਕ ਤੋਂ, ਕਿਸ ਦੇਸ਼ ਤੋਂ ਇਹ ਬਣ ਕੇ ਆਇਆ ਹੋਇਆ ਹੈ। कीन अजायब मूल महान को देश की सुमह पा अधिकाई। ਔਰ ਗੁਰਦੇਵ ਜੀਆਂ ਨੂੰ ਮਾਤ ਜੀ ਕਹਿਣ ਲੱਗੇ, ਵੇਖਿਆ ਜਾਪਦਾ ਹੈ ਜਿਵੇਂ ਬੜਾ ਬੇਸ਼ਕੀਮਤੀ ਬਣਿਆ ਹੈ, ਬੜਾ ਇਹਨੂੰ ਬਣਾਉਣ ਦੇ ਉੱਪਰ ਧਨ ਦਾ ਭਾਰੀ ਖਰਚ ਹੋਇਆ ਜਾਪਦਾ ਹੈ। ਕਿਹੜੀ ਥਾਂ ਤੋਂ ਇਹ ਬਣਿਆ ਹੋਵੇਗਾ। रावर के चरना बुझ को अर्प्यो कर पावनी सो छब पाई। ਔਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਚਰਨਾਂ ਦਾ ਧਿਆਨ ਧਰਦਿਆਂ ਕਿਸੇ ਨੇ ਭਾਵਨੀ ਸਹਿਤ ਅਰਪਿਤ ਕੀਤਾ ਹੈ। कबित पन निज पार जासो आर जा श्रवण कर। ਮਹਾਰਾਜ ਆਪਣੇ ਮਹਿਲਾ ਨੂੰ, ਪਤਨੀ ਨੂੰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡੇ ਗੁਰ ਨਾਨਕ ਪ੍ਰਤਾਪ ਸਭ ਦੇਸ਼ ਕਰ। ਕਹਿੰਦੇ ਵੱਡੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਬਾਰੇ, ਵੱਡੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸਾਰੇ ਦੇਸ਼ਾਂ ਅੰਦਰ ਪ੍ਰਤਾਪ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਬਲ ਕੰਧਾਰ ਤੱਕ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮੁਬਾਰਕ ਆਪਣੇ ਚਰਨ ਉਹਨਾਂ ਥਾਵਾਂ ਤੇ ਪਾਏ ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਮਹਾਰਾਜ ਜੀਆਂ ਨੇ ਆਪਣੇ ਮੁਬਾਰਕ ਚਰਨ ਪਾਏ ਜਗ੍ਹਾ ਪੂਜਨ ਯੋਗ ਹੋ ਗਈ। ਫਿਰ ਉਹ ਸੰਗਤਾਂ ਉਹਨਾਂ ਥਾਵਾਂ ਤੋਂ ਸਮੇਂ-ਸਮੇਂ ਸਿਰ ਆਉਂਦੀਆਂ ਰਹੀਆਂ, ਜਿਵੇਂ ਜਿਵੇਂ ਪਾਤਸ਼ਾਹ ਜੀਆਂ ਦੇ ਘਰੋਂ ਸੁਨੇਹੇ ਜਾਂਦੇ ਸਨ, ਸੰਗਤਾਂ ਉਹਨਾਂ ਥਾਵਾਂ ਤੋਂ ਆਉਂਦੀਆਂ ਰਹੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਇਸ ਥਾਂ ਤੇ, ਕਹਿੰਦੇ ਵੱਡੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪ੍ਰਤਾਪ ਹੈ ਵੱਖ-ਵੱਖ ਮੁਲਕਾਂ ਅੰਦਰ। ਕਲੀ ਕਾਲ ਪਾਰੀ ਜਾਨ ਸਿੱਖੀ ਬਿਸਤਾਰੀਆਨ ਵਿਸ਼ੇ ਬਿਸਤਾਰੀ ਸਤ ਨਾਮ ਕੇ ਵਿਸ਼ੇਸ਼ ਕਰ। ਔਰ ਜਿਨ੍ਹਾਂ ਨੇ ਕਲੀ ਕਾਲ ਦੇ ਇਸ ਭਾਰੀ ਸਮੇਂ ਦੇ ਅੰਦਰ ਸਿੱਖੀ ਵਿਸਤਾਰੀ ਔਰ ਗੁਰੂ ਕੇ ਸਿੱਖਾਂ ਨੂੰ, ਸਿੱਖ ਸੰਗਤਾਂ ਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਦੂਰ ਕੀਤਾ, ਸਤਨਾਮ ਦਾ ਮਹਾਰਾਜ ਜੀਆਂ ਨੇ ਜਾਪ ਜਪਾਇਆ ਹੈ। ਆਵੇਂ ਦੂਰ ਦੂਰ ਤੇ ਉਪਾਇਨ ਕੋ ਪੂਰ ਲਿਆਏ। ਦੂਰ ਦਰਾਡੇ ਤੋਂ ਆ ਰਹੇ ਹਨ, ਭੇਟਾਵਾਂ ਵੱਖ-ਵੱਖ ਤਰ੍ਹਾਂ ਦੀਆਂ ਲੈ ਕਰਕੇ। ਪੂਰਨ ਮਨੋਰਥ ਹਦੂਰ ਮੈਂ ਅਸ਼ੇਸ਼ ਕਰ। ਔਰ ਆਣ ਕਰਕੇ ਮਨੋਰਥ ਪੂਰਨ ਤਿਨਾਂ ਦੇ ਹੁੰਦੇ ਹਨ, ਅੰਦਰ ਦੀ ਜਾਚਨਾ ਕਰਦੇ ਹਨ। ਔਰ ਗੁਰੂ ਕੇ ਹਜੂਰ ਆਣ ਕਰਕੇ ਤੀਨੋਂ ਕੇ ਨਾਮ ਕਰ ਆਨੇ ਨਿਜ ਧਾਮ ਹੋਤੇ। ਔਰ ਤਿਨਾਂ ਦੇ ਨਾਮ ਤੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਤਿਨਾਂ ਦੇ ਨਾਮ ਤੇ ਸਾਹਿਬ ਦੇ ਨਾਮ ਤੇ ਵੱਖ-ਵੱਖ ਤਰ੍ਹਾਂ ਦੀਆਂ ਭੇਟਾਵਾਂ ਲੈ ਕਰਕੇ ਹਾਜ਼ਰ ਹੁੰਦੇ ਹਨ। ਚੀਰ ਅਬਿਰਾਮ ਤਨ ਮੁਕਤ ਆਦ ਬੇਸ ਕਰ। ਔਰ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਬੇਸ਼ਕੀਮਤੀ ਬਸਤਰ, ਧਨ ਮੁਕਤਾਦ ਆਦ ਇਹ ਲੈ ਕਰਕੇ ਆਉਂਦੇ ਹਨ। ਮਹਿਮਾ ਉਤੰਗ ਗੁਰੂ ਨਾਨਕ ਕੀ ਸੋਨੀ ਗੰਗ। ਮਾਤ ਗੰਗਾ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਸ਼ਰਵਣ ਕੀਤੀ। ਮਹਾ ਪ੍ਰੇਮ ਸੰਗ ਨਮੋ ਕੀਨ ਹੱਥ ਬੰਦ ਕੇ। ਔਰ ਉਸੇ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸ਼ੁਕਰਾਨੇ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰਦਿਆਂ ਮਾਤ ਗੰਗਾ ਜੀਆਂ ਨੇ ਉਸੇ ਵਕਤ ਹੱਥ ਜੋੜ ਨਮਸਕਾਰ ਕੀਤੀ ਸਾਹਿਬ ਦੇ ਚਰਨਾਂ ਦਾ ਧਿਆਨ ਧਰਦਿਆਂ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਚਰਨਾਂ ਦਾ ਧਿਆਨ ਧਰਦਿਆਂ ਮਾਤ ਗੰਗਾ ਸ਼ੁਕਰਾਨੇ ਵਿੱਚ ਜੁੜ ਗਏ। ਐਸੇ ਰਾਮਦਾਸਪੁਰ ਬਾਸ ਕੈ ਬਿਤਾਏ ਸਮੋ। ਇਸ ਪ੍ਰਕਾਰ ਮਹਾਰਾਜ ਜੀ ਦੀ ਨਗਰੀ ਦੇ ਅੰਦਰ ਸਮਾਂ ਬਤੀਤ ਕੀਤਾ। ਦਾਸ ਮਿਲ ਆਸ ਤਾਰ ਪਾਸ ਹੋਏ ਮੁਕੰਦ ਕੇ। ਔਰ ਦਾਸ ਸਾਹਿਬ ਜੀ ਦੇ ਹਜੂਰ ਆਣ ਭੇਟ ਧਰਦੇ ਹਨ। ਗੁਰਦੇਵ ਮਹਾਰਾਜ ਜੀਆਂ ਦੇ ਆਣ ਕਰਕੇ ਚਰਨੀ ਜੁੜ ਕਰਕੇ ਸਾਹਿਬ ਜੀ ਦੇ ਘਰ ਤੋਂ ਇਸ ਅਸੀਸਾਂ ਪ੍ਰਾਪਤ ਕਰਦੇ ਹਨ। ਜ਼ਰੀਦਾਰ ਅੰਬਰ ਪਟੰਬਰ ਸੁਹਾਏ ਬਡੋ। ਔਰ ਇੱਕ ਬੜਾ ਬੇਸ਼ਕੀਮਤੀ ਪਸ਼ਮੀਨੇ ਦਾ ਬਣਿਆ ਹੋਇਆ ਬਸਤਰ ਮਾਤ ਗੰਗਾ ਜੀ ਦੇ ਹਿੱਤ। ਕਬ ਕਬ ਪੈਰੇ ਸਮੇਤ ਹੋਏ ਆਨੰਦ ਕੇ। ਔਰ ਕਦੀ ਕਦਾਰ ਸਤਕਾਰਯੋਗ ਮਾਤ ਗੰਗਾ ਜੀ ਉਹ ਪਹਿਨਦੇ ਹਨ। ਬੜਾ ਬੇਸ਼ਕੀਮਤੀ ਬਣਿਆ ਹੋਇਆ ਜ਼ਰੀਦਾਰ ਪਸ਼ਮੀਨੇ ਦਾ ਉਹ
ਬਸਤਰ ਮਾਤ ਗੰਗਾ ਜੀ ਪਹਿਨਦੇ ਹਨ। ਨਾ ਤੁਰ ਸੁਧਾਰ ਤਰੇ ਦਾਸੀ ਜੇ ਸੰਭਾਰ ਕਰੇ। ਔਰ ਨਹੀਂ ਤਾਂ ਇਹ ਕਿਸੇ ਕਿਸੇ ਮੌਕੇ ਦੇ ਉੱਪਰ ਪਹਿਨਦੇ ਹਨ, ਨਹੀਂ ਤਾਂ ਇਹਨੂੰ ਸੰਭਾਲ ਧਰਦੇ ਹਨ। ਬਚਨ ਉਚਰੇ ਬਨਿਓ ਲਾਗੇ ਤਨ ਬ੍ਰਿੰਦ ਕੇ। ਔਰ ਬਚਨ ਉਚਾਰਦੇ ਹਨ ਕਿ ਬੜੇ ਬੇਸ਼ਕੀਮਤੀ ਧਨ ਦਾ ਇਹ ਬਣਿਆ ਹੋਇਆ ਬਸਤਰ ਹੈ। ਗ੍ਰੀਮਕ ਬਿਤਾਈ ਰੁੱਤ ਬਰਖਾ ਕੀ ਆਈ ਪੁਨ। ਔਰ ਗਰਮੀ ਦੀ ਰੁੱਤ ਬਤੀਤ ਹੋਈ, ਉਸ ਤੋਂ ਬਾਅਦ ਵਰਖਾ ਦੀ ਰੁੱਤ ਫਿਰ ਪ੍ਰਾਰੰਭ ਹੋਈ, ਸਾਉਣ ਦਾ ਮਹੀਨਾ ਆਰੰਭ ਹੋਇਆ। ਘਟਾ ਕੋ ਮੰਡਾਈ ਜਲ ਜਲ ਤਰ ਛੋਰ ਤੇ। ਔਰ ਸਾਰੇ ਪਾਸੇ ਭਾਵ ਬਰਸਾਤੀ ਮੌਸਮ ਪ੍ਰਾਰੰਭ ਹੋ ਗਿਆ। ਝਰੀ ਮਿਟ ਗਈ ਜਬ ਦਾਸੀ ਸੁਧ ਲਈ ਤਬ। ਔਰ ਜਿਸ ਵਕਤ ਸਾਉਣ ਦੀ ਝੜੀ ਰੁਕੀ ਹੈ, ਕੁਝ ਦਿਨਾਂ ਬਾਅਦ ਮਾਤ ਗੰਗਾ ਜੀ ਦਾਸੀ ਨੂੰ ਕਹਿਣ ਲੱਗੇ, ਸਭ ਪਸ਼ਮੰਬਰ ਪਟੰਬਰ ਲੈ ਭੋਰ ਤੇ। ਔਰ ਉਸੇ ਵਕਤ ਦਾਸੀ ਨੂੰ ਮਾਤਾ ਜੀ ਨੇ ਬਚਨ ਕੀਤਾ ਕਿ ਜਿਹੜੇ ਬੇਸ਼ਕੀਮਤੀ ਵਸਤਰ ਹਨ, ਜ਼ਰੀਦਾਰ ਪਸ਼ਮੀਨੇ ਵਾਲੇ, ਉਹਨਾਂ ਕੱਪੜਿਆਂ ਨੂੰ ਕਿਤੇ ਕੱਪੜੇ ਪਏ ਪਏ ਸਲਾਬੇ ਨਾ ਜਾਣ, ਤੁਸੀਂ ਉਹਨਾਂ ਕੱਪੜਿਆਂ ਨੂੰ ਕੱਢ ਕਰਕੇ ਆਤਪ ਲਗੇ ਬੇਹਿਤ ਪਾਏ ਸੁਨ ਕੀਤ ਪਰ। ਔਰ ਕੋਠੇ ਉੱਪਰ ਲਿਜਾ ਕਰਕੇ ਤੁਸੀਂ ਉਹਨਾਂ ਸਾਰੇ ਕੱਪੜਿਆਂ ਨੂੰ, ਵਸਤਰਾਂ ਨੂੰ ਤੁਸਾਂ ਨੇ ਧੁੱਪ ਲਵਾਉਣੀ ਹੈ। ਵੇਖਿਓ ਕਿਤੇ ਹੁਣ, ਕਿਉਂਕਿ ਸਮਾਂ ਲੰਘਿਆ ਹੈ, ਇਹ ਬਰਸਾਤੀ ਮੌਸਮ ਅੰਦਰ ਕਿਤੇ ਵਸਤਰ ਪਏ ਸਲਾਬੇ ਨਾ ਜਾਣ, ਇਹਨਾਂ ਵਸਤਰਾਂ ਨੂੰ ਤੁਸਾਂ ਨੇ ਉੱਪਰ ਧੁੱਪ ਲਵਾਉਣੀ ਹੈ। ਬੈਠੀ ਹੋਇ ਸੁਚੇਤ ਕਰੇ ਰਾਖੀ ਚੋਹ ਔਰ ਤੇ। ਔਰ ਨਾਲ ਤੁਸਾਂ ਨੇ ਹੋਰ ਸਾਰੇ ਪਾਸੇ ਕੋਲ ਬੈਠ ਕੇ ਤੁਸਾਂ ਨੇ ਧਿਆਨ ਰੱਖਣਾ ਹੈ।